ਮੇਰੀ ਮਾਂ ਦੀ ਮੌਤ ਤੋਂ ਬਾਅਦ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਮੇਰੇ ਤੇ ਆ ਗਈਆਂ, ਕਿਉਂਕਿ ਮੈਂ ਉਹਨਾਂ ਦੀ ਇਕਲੌਤੀ ਧੀ ਸੀ। 12 ਸਾਲ ਦੀ ਉਮਰ ਵਿੱਚ ਹੀ ਮੈਨੂੰ ਘਰ ਦਾ ਸਾਰਾ ਕੰਮ ਕਰਨਾ ਪੈਂਦਾ ਸੀ। ਮੈਂ ਆਪਣੇ ਬੁੱਢੇ ਬਾਪ ਦੀ ਸੇਵਾ ਕਰਦਿਆਂ ਥੱਕ ਗਈ ਸੀ। ਮੇਰੇ ਪਿਤਾ ਜੀ ਇੱਕ ਬੁੱਢੇ ਆਦਮੀ ਸੀ, ਜਦੋਂ ਕਿ ਮੇਰੀ ਮਾਂ ਇੱਕ ਸੂਝਵਾਨ ਅਤੇ ਸੁੰਦਰ ਔਰਤ ਸੀ। ਵੱਡੀ ਉਮਰ ਦੇ ਆਦਮੀ ਨਾਲ ਵਿਆਹ ਕਰਨ ਤੋਂ ਬਾਅਦ ਵੀ ਮੇਰੀ ਮਾਂ ਨੇ ਮੇਰੇ ਪਿਤਾ ਦੀ ਪੂਰੇ ਦਿਲ ਨਾਲ ਸੇਵਾ ਕੀਤੀ। ਉਸਨੇ ਕਦੇ ਮੇਰੇ ਪਿਤਾ ਨੂੰ ਇਹ ਅਹਿਸਾਸ ਨਹੀਂ ਕਰਵਾਇਆ ਕਿ ਉਹ ਬੁੱਢੇ ਹਨ ਅਤੇ ਉਹ ਜਵਾਨ ਹੈ। ਮੈਂ 12 ਸਾਲ ਦੀ ਉਮਰ ਤੱਕ ਆਪਣੀ ਮਾਂ ਨੂੰ ਇਸ ਗੱਲ ਬਾਰੇ ਸ਼ਿਕਾਇਤ ਕਰਦੇ ਨਹੀਂ ਸੁਣਿਆ ਕਿ ਉਸ ਦਾ ਵਿਆਹ ਇੱਕ ਬੁੱਢੇ ਆਦਮੀ ਨਾਲ ਕਿਉਂ ਕੀਤਾ ਹੈ। ਪਤਾ ਨਹੀਂ ਕਿਸ ਕਾਰਨ ਮੇਰੀ ਮਾਂ ਦਾ ਵਿਆਹ ਕਿਸੇ ਬੁੱਢੇ ਆਦਮੀ ਨਾਲ ਹੋਇਆ ਸੀ। ਅੱਜ ਮੇਰੀ ਮਾਂ ਦਾ ਦੇਹਾਂਤ ਹੋ ਗਿਆ ਸੀ ਅਤੇ ਮੇਰੇ ਪਿਤਾ ਦੀ ਜ਼ਿੰਮੇਵਾਰੀ ਹੁਣ ਮੇਰੇ ਤੇ ਆ ਗਈ ਸੀ। ਪਰ ਮਾਂ ਦੇ ਹੁੰਦਿਆਂ ਮੈਂ ਕਦੇ ਘਰ ਦਾ ਕੋਈ ਕੰਮ ਨਹੀਂ ਕੀਤਾ ਸੀ, ਇਸ ਲਈ ਮੈਨੂੰ ਨਹੀਂ ਪਤਾ ਸੀ ਕਿ ਘਰ ਦਾ ਕੰਮ ਕਿਵੇਂ ਕਰਨਾ ਹੈ, ਖਾਣਾ ਕਿਵੇਂ ਤਿਆਰ ਕੀਤਾ ਜਾਂਦਾ ਹੈ। ਜਿੰਨਾ ਮੈਂ ਕਰ ਸਕਦੀ ਸੀ ਮੈਂ ਕਰਦੀ ਸੀ, ਪਰ ਪਿਤਾ ਜੀ ਨੂੰ ਮੇਰੇ ਵੱਲੋਂ ਪਕਾਇਆ ਖਾਣਾ ਬਿਲਕੁਲ ਵੀ ਪਸੰਦ ਨਹੀਂ ਸੀ। ਖਾਣਾ ਖਾਂਦੇ ਸਮੇਂ ਉਹ ਅਕਸਰ ਮੈਨੂੰ ਝਿੜਕਦੇ ਸੀ ਕਿ ਤੂੰ ਕਿਸ ਤਰ੍ਹਾਂ ਦਾ ਖਾਣਾ ਪਕਾਇਆ ਹੈ। ਕਦੇ ਰੋਟੀਆਂ ਨੂੰ ਸਾੜ ਦਿੰਦੀ ਹੈ, ਕਦੇ ਸਬਜ਼ੀ ਵਿੱਚ ਲੂਣ ਮਿਰਚ ਘੱਟ ਵੱਧ ਕਰ ਦਿੰਦੀ ਹੈ। ਮੈਨੂੰ ਬਿਲਕੁਲ ਵੀ ਨਹੀਂ ਪਤਾ ਸੀ ਕਿ ਸਬਜ਼ੀ ਵਿੱਚ ਕਿਹੜੀ ਚੀਜ਼ ਅਤੇ ਕਿੰਨੇ ਮਸਾਲੇ ਪਾਉਣੇ। ਇਸੇ ਲਈ ਮੈਨੂੰ ਹਰ ਰੋਜ਼ ਪਿਤਾ ਜੀ ਤੋਂ ਝਿੜਕਾਂ ਪੈਂਦੀਆਂ ਸਨ। ਇਸ ਸਮੇਂ ਮੇਰੀ ਪੜ੍ਹਾਈ ਦੀ ਉਮਰ ਸੀ ਅਤੇ ਮੈਂ ਘਰ ਦੇ ਕੰਮਾਂ ਵਿੱਚ ਲੱਗੀ ਹੋਈ ਸੀ। ਕਦੇ-ਕਦੇ ਮੈਂ ਦਰਵਾਜ਼ੇ ਤੇ ਖੜੀ ਹੋ ਕੇ ਆਂਢ ਗੁਆਂਢ ਦੇ ਸਾਰੇ ਬੱਚਿਆਂ ਨੂੰ ਤਰਸ ਭਰੀਆਂ ਨਜ਼ਰਾਂ ਨਾਲ ਦੇਖਦੀ ਅਤੇ ਸੋਚਦੀ ਕਿ ਕਾਸ਼ ਮੈਂ ਵੀ ਕਿਤੇ ਸਕੂਲ ਜਾ ਸਕਦੀ ਅਤੇ ਮੈਂ ਵੀ ਪੜ੍ਹ ਸਕਦੀ, ਕਿਉਂਕਿ ਮੈਨੂੰ ਪੜ੍ਹਾਈ ਦਾ ਬਹੁਤ ਸ਼ੌਂਕ ਸੀ। ਪਰ ਇੰਨੀ ਛੋਟੀ ਉਮਰ ਵਿੱਚ ਮੇਰੇ ਤੇ ਇੰਨੀਆਂ ਜ਼ਿੰਮੇਵਾਰੀਆਂ ਸਨ ਕਿ ਮੈਨੂੰ ਸਕੂਲ ਜਾਣ ਦਾ ਸਮਾਂ ਹੀ ਨਹੀਂ ਮਿਲ ਸਕਿਆ। ਜਦੋਂ ਮੈਂ ਦਰਵਾਜ਼ੇ ਤੇ ਖੜ ਕੇ ਸਕੂਲ ਜਾਂਦੇ ਬੱਚਿਆਂ ਨੂੰ ਦੇਖਦੀ ਹੁੰਦੀ ਸੀ ਤਾਂ ਕਈ ਵਾਰ ਮੇਰੇ ਪਿਤਾ ਜੀ ਮੈਨੂੰ ਦੇਖਦੇ ਅਤੇ ਮੈਨੂੰ ਬਹੁਤ ਝਿੜਕਦੇ ਤੇ ਕਹਿੰਦੇ ਕਿ ਦਰਵਾਜ਼ੇ ਤੇ ਖੜ ਕੇ ਕੀ ਤਮਾਸ਼ਾ ਦੇਖ ਰਹੀ ਹੈ, ਇਸੇ ਕਰਕੇ ਤੈਨੂੰ ਘਰ ਦੇ ਕੰਮਾਂ ਵਿੱਚ ਕੋਈ ਦਿਲਚਸਪੀ ਨਹੀਂ ਅਤੇ ਨਾ ਹੀ ਤੂੰ ਕੁਝ ਸਿੱਖ ਸਕਦੀ। ਜਦੋਂ ਪਾਪਾ ਨੂੰ ਮੇਰਾ ਕੋਈ ਕੰਮ ਪਸੰਦ ਨਹੀਂ ਆਇਆ ਤਾਂ ਪਾਪਾ ਨੇ ਇੱਕ ਵਾਰ ਫਿਰ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਪਾਪਾ ਬਹੁਤ ਬੁੱਢੇ ਸਨ, ਉਹਨਾਂ ਨੂੰ ਸੇਵਾ ਦੀ ਬਹੁਤ ਲੋੜ ਸੀ ਜੋ ਮੈਂ ਨਹੀਂ ਕਰ ਸਕਦੀ ਸੀ। ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਉਹਨਾਂ ਨੇ ਸੇਵਾ ਕਰਨ ਲਈ ਇੱਕ ਨੌਕਰਾਨੀ ਕਿਉਂ ਨਹੀਂ ਰੱਖੀ। ਉਹਨਾਂ ਨੇ ਵਿਆਹ ਕਰਨ ਦਾ ਫੈਸਲਾ ਹੀ ਕਿਉਂ ਕੀਤਾ, ਉਹ ਵੀ ਗਰਮੀਆਂ ਵਿੱਚ। ਪਰ ਜੋ ਵੀ ਹੋਵੇ, ਪਿਤਾ ਜੀ ਦੇ ਇਸ ਫੈਸਲੇ ਨੇ ਮੈਨੂੰ ਅੰਦਰੋਂ ਸ਼ਾਂਤੀ ਦਿੱਤੀ। ਉਸ ਸਮੇਂ ਮੇਰੇ ਅੰਦਰ ਬਚਪਨਾ ਸੀ। ਮੇਰੇ ਲਈ ਇੱਕੋ ਇੱਕ ਰਾਹਤ ਇਹ ਸੀ ਕਿ ਮੈਂ ਹੁਣ ਘਰ ਦੇ ਕੰਮਾਂ ਤੋਂ ਮੁਕਤ ਹੋ ਜਾਵਾਂਗੀ। ਮੈਨੂੰ ਇਸ ਗੱਲ ਦੀ ਬਿਲਕੁਲ ਵੀ ਪਰਵਾਹ ਨਹੀਂ ਸੀ ਕਿ ਅੱਗੇ ਕੀ ਹੋਵੇਗਾ। ਮੈਂ ਸੋਚਿਆ ਕਿ ਇਹ ਠੀਕ ਹੈ, ਹੁਣ ਪਿਤਾ ਜੀ ਦੀ ਨਵੀਂ ਪਤਨੀ ਘਰ ਦੀ ਜ਼ਿੰਮੇਵਾਰੀ ਸੰਭਾਲੇਗੀ ਅਤੇ ਘਰ ਦੇ ਕੰਮਾਂ ਦਾ ਬੋਝ ਮੇਰੇ ਤੋਂ ਹਟ ਜਾਵੇਗਾ। ਪਰ ਇਹ ਮੇਰੀ ਗਲਤਫਹਿਮੀ ਸੀ। ਪਿਤਾ ਜੀ ਨੇ ਇੱਕ ਤਲਾਕਸ਼ੁਦਾ ਔਰਤ ਨਾਲ ਵਿਆਹ ਕਰਵਾ ਲਿਆ। ਉਸ ਦੇ ਪਹਿਲਾਂ ਤੋਂ ਹੀ 2 ਪੁੱਤਰ ਸਨ ਜਿਨ੍ਹਾਂ ਨੂੰ ਉਹ ਆਪਣੇ ਨਾਲ ਲੈ ਕੇ ਆਈ ਸੀ। ਉਹ ਬਹੁਤ ਹੀ ਹੁਸ਼ਿਆਰ ਅਤੇ ਤੇਜ਼ ਔਰਤ ਸੀ। ਮੈਂ ਤਾਂ ਇਹੀ ਸੋਚਿਆ ਸੀ ਕਿ ਉਸ ਔਰਤ ਦੇ ਆਉਣ ਤੋਂ ਬਾਅਦ ਉਹ ਸਾਰਾ ਘਰ ਖੁਦ ਹੀ ਸੰਭਾਲ ਲਵੇਗੀ, ਪਰ ਮੇਰੀ ਇਹ ਸੋਚ ਗਲਤ ਸੀ। ਉਸ ਨੇ ਘਰ ਦਾ ਕੋਈ ਵੀ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਘਰ ਦਾ ਸਾਰਾ ਕੰਮ ਉਹ ਮੇਰੇ ਕੋਲੋਂ ਹੀ ਕਰਵਾਉਂਦੀ ਸੀ। ਪਿਤਾ ਜੀ ਦੇ ਨਾਲ-ਨਾਲ 3 ਹੋਰ ਵਿਅਕਤੀਆਂ ਦੀ ਜ਼ਿੰਮੇਵਾਰੀ ਵੀ ਹੁਣ ਮੇਰੇ ਤੇ ਆ ਗਈ। ਹੁਣ ਮੈਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਕੰਮ ਕਰਨਾ ਪੈਂਦਾ। ਮੈਂ ਸਾਰਾ ਦਿਨ ਉਹਨਾਂ ਦੇ ਕੱਪੜੇ ਧੋਣ, ਘਰ ਦੀ ਸਫਾਈ, ਖਾਣਾ ਬਣਾਉਣਾ ਅਤੇ ਕੰਮ ਕਰਦੀ ਰਹਿੰਦੀ। ਜਦੋਂ ਮੈਂ ਰਾਤ ਨੂੰ ਇਸ ਸਾਰੇ ਕੰਮ ਤੋਂ ਵਿਹਲੀ ਹੁੰਦੀ ਤਾਂ ਮੇਰੀ ਮਤਰੇਈ ਮਾਂ ਮੈਨੂੰ ਆਪਣੇ ਪੈਰ ਦਬਾਉਣ ਲਈ ਕਹਿੰਦੀ ਸੀ। ਜੇ ਮੈਂ ਉਸ ਨੂੰ ਕਦੇ ਕਹਿੰਦੀ ਕਿ ਮੈਂ ਥੱਕ ਗਈ ਹਾਂ ਤੇ ਮੈਨੂੰ ਨੀਂਦ ਆ ਰਹੀ ਹੈ ਤਾਂ ਉਹ ਮੈਨੂੰ ਝਿੜਕਣਾ ਸ਼ੁਰੂ ਕਰ ਦਿੰਦੀ ਸੀ। ਹੌਲੀ-ਹੌਲੀ ਇਹਨਾਂ ਲੋਕਾਂ ਦੀ ਸੇਵਾ ਕਰਦਿਆਂ 4 ਸਾਲ ਬੀਤ ਚੁੱਕੇ ਸਨ ਅਤੇ ਹੁਣ ਮੈਂ 16 ਸਾਲ ਦੀ ਹੋ ਗਈ ਸੀ। ਇਹਨਾਂ 4 ਸਾਲਾਂ ਵਿੱਚ ਮੇਰੀ ਮਤਰੇਈ ਮਾਂ ਨੇ ਇੱਕ ਦਿਨ ਵੀ ਮੇਰੇ ਨਾਲ ਪਿਆਰ ਨਾਲ ਗੱਲ ਨਹੀਂ ਕੀਤੀ ਸੀ ਅਤੇ ਨਾ ਹੀ ਮੇਰੇ ਪਿਤਾ ਨੇ ਕਦੇ ਮੇਰੇ ਸਿਰ ਤੇ ਆਪਣਾ ਪਿਆਰ ਭਰਿਆ ਹੱਥ ਰੱਖਿਆ ਸੀ, ਕਿਉਂਕਿ ਪਿਤਾ ਜੀ ਆਪਣੀ ਜਵਾਨ ਪਤਨੀ ਨਾਲ ਵਿਆਹ ਕਰਕੇ ਬਹੁਤ ਖੁਸ਼ ਸਨ। ਉਹਨਾਂ ਨੂੰ ਆਪਣੀ ਪਤਨੀ ਤੋਂ ਇਲਾਵਾ ਹੋਰ ਕੁਝ ਨਹੀਂ ਦਿਖਦਾ ਸੀ। ਆਪਣੀ ਪਤਨੀ ਨੂੰ ਖੁਸ਼ ਕਰਨ ਲਈ ਉਹ ਕਈ ਵਾਰ ਉਸਦੇ ਦੋਵਾਂ ਪੁੱਤਰਾਂ ਨੂੰ ਘੁੰਮਣ ਲਈ ਲੈ ਜਾਂਦੇ ਸਨ ਅਤੇ ਉਹਨਾਂ ਲਈ ਚੀਜ਼ਾਂ ਵੀ ਖਰੀਦਦੇ ਸਨ, ਕਿਉਂਕਿ
ਕਿਉਂਕਿ ਉਹ ਕਿਸੇ ਵੀ ਹਾਲਤ ਵਿੱਚ ਆਪਣੀ ਨਵੀਂ ਪਤਨੀ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਸਨ। ਉਹ ਆਪਣੀ ਪਤਨੀ ਨੂੰ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਸਨ। ਮੇਰੀ ਮਤਰੇਈ ਮਾਂ ਦੇ ਦੋਵੇਂ ਪੁੱਤਰ ਮੈਨੂੰ ਇਸ ਤਰ੍ਹਾਂ ਹੁਕਮ ਦਿੰਦੇ ਸਨ ਜਿਵੇਂ ਮੈਂ ਉਹਨਾਂ ਦੀ ਨੌਕਰ ਹੋਵਾਂ। ਮੇਰੇ ਆਪਣੇ ਘਰ ਵਿੱਚ ਦੂਜਿਆਂ ਦਾ ਰਾਜ ਸੀ ਅਤੇ ਇਹ ਦੇਖ ਕੇ ਮੇਰਾ ਦਿਲ ਅੰਦਰੋਂ ਦੁਖੀ ਹੁੰਦਾ ਸੀ। ਮੈਨੂੰ ਬਹੁਤ ਦੁੱਖ ਹੁੰਦਾ ਸੀ ਕਿ ਪਾਪਾ ਬੈਠੇ ਇਹ ਸਭ ਆਪਣੀਆਂ ਅੱਖਾਂ ਨਾਲ ਦੇਖਦੇ ਰਹਿੰਦੇ ਹਨ। ਉਹਨਾਂ ਨੂੰ ਮੇਰੇ ਬਾਰੇ ਬਿਲਕੁਲ ਵੀ ਚਿੰਤਾ ਨਹੀਂ ਸੀ। ਆਖਿਰ ਮੈਂ ਵੀ ਉਹਨਾਂ ਦੀ ਹੀ ਬੇਟੀ ਸੀ। ਮੈਂ ਉਹਨਾਂ ਨੂੰ ਕਦੇ ਵੀ ਮੇਰੀ ਤਰਫੋਂ ਬੁਲਾਉਂਦਿਆਂ ਨਹੀਂ ਸੁਣਿਆ ਸੀ। ਹਾਲਾਂਕਿ ਉਹਨਾਂ ਨੂੰ ਮੇਰੀ ਸਾਈਡ ਲੈਣੀ ਚਾਹੀਦੀ ਸੀ ਤੇ ਆਪਣੀ ਪਤਨੀ ਨੂੰ ਕਹਿਣਾ ਚਾਹੀਦਾ ਸੀ ਕਿ ਆਪਣੇ ਪੁੱਤਰਾਂ ਨੂੰ ਕਹੇ ਕਿ ਮੇਰੀ ਬੇਟੀ ਤੇ ਇਸ ਤਰ੍ਹਾਂ ਹੁਕਮ ਨਾ ਚਲਾਇਆ ਕਰ, ਕਿਉਂਕਿ ਇਹ ਵੀ ਮੇਰੀ ਧੀ ਹੈ। ਇਸ ਘਰ ਵਿੱਚ ਕੋਈ ਨੌਕਰਾਨੀ ਨਹੀਂ ਹੈ ਜੋ ਇਸ ਤਰ੍ਹਾਂ ਉਹ ਉਹਨਾਂ ਦੀ ਗੁਲਾਮੀ ਕਰੇ, ਕਿਉਂਕਿ ਮੇਰੀ ਮਾਂ ਦੇ ਪੁੱਤ ਪਾਣੀ ਦਾ ਗਲਾਸ ਵੀ ਆਪ ਨਹੀਂ ਲੈਂਦੇ ਸਨ। ਇਹ ਵੀ ਮੇਰੇ ਤੋਂ ਹੀ ਮੰਗਦੇ ਸਨ। ਜੇ ਕਦੇ ਉਹਨਾਂ ਦੇ ਕੰਮ ਵਿੱਚ ਥੋੜੀ ਜਿਹੀ ਵੀ ਦੇਰੀ ਹੋ ਜਾਂਦੀ ਤਾਂ ਮੇਰੀ ਮਾਂ ਉਸੇ ਪਲ ਮੇਰੇ ਪਿਤਾ ਜੀ ਨੂੰ ਸ਼ਿਕਾਇਤ ਕਰ ਦਿੰਦੀ ਅਤੇ ਪਿਤਾ ਜੀ ਮੈਨੂੰ ਝਿੜਕਦੇ ਸਨ ਅਤੇ ਮੈਂ ਆਪਣੇ ਪਿਤਾ ਜੀ ਦੀ ਝਿੜਕ ਕਾਰਨ ਬਹੁਤ ਡਰ ਜਾਂਦੀ ਸੀ। 12 ਸਾਲ ਦੀ ਉਮਰ ਵਿੱਚ ਮੈਂ ਰਸੋਈ ਨੂੰ ਸੰਭਾਲ ਲਿਆ ਅਤੇ 16 ਸਾਲ ਦੀ ਉਮਰ ਵਿੱਚ ਮੈਂ ਸਭ ਕੁਝ ਬਣਾਉਣਾ ਸਿੱਖ ਲਿਆ ਸੀ। ਮੈਂ ਬਹੁਤ ਵਧੀਆ ਖਾਣਾ ਬਣਾਉਣਾ ਸਿੱਖ ਲਿਆ ਸੀ। ਰੱਬ ਮੇਰੇ ਉੱਤੇ ਬਹੁਤ ਮਿਹਰਬਾਨ ਸੀ। ਮੇਰੇ ਹੱਥ ਵਿੱਚ ਬਹੁਤ ਜ਼ਿਆਦਾ ਸਵਾਦ ਸੀ। ਭਾਵੇਂ ਮੈਂ ਸਾਦੇ ਤਰੀਕੇ ਨਾਲ ਕੁਝ ਵੀ ਪਕਾਉਂਦੀ ਫਿਰ ਵੀ ਇਹ ਬਹੁਤ ਸਵਾਦ ਬਣਦਾ। ਇੱਕ ਦਿਨ ਮੇਰੀ ਮਾਂ ਦੀ ਇੱਕ ਦੂਰ ਦੀ ਸਹੇਲੀ ਉਸ ਨੂੰ ਮਿਲਣ ਆਈ, ਜਿਸ ਲਈ ਉਸਨੇ ਮੈਨੂੰ ਵਿਸ਼ੇਸ਼ ਤੌਰ ਤੇ ਇੱਕ ਸਵਾਦੀ ਭੋਜਨ ਤਿਆਰ ਕਰਨ ਲਈ ਕਿਹਾ ਸੀ। ਮੈਂ ਉਹ ਸਭ ਕੁਝ ਬਣਾਇਆ ਜੋ ਮੇਰੀ ਮਤਰੇਈ ਮਾਂ ਨੇ ਮੈਨੂੰ ਬਣਾਉਣ ਲਈ ਕਿਹਾ। ਮੇਰੀ ਮਤਰੇਈ ਮਾਂ ਦੀ ਸਹੇਲੀ ਜਦੋਂ ਘਰ ਆਈ ਤਾਂ ਮੈਂ ਉਸ ਦੇ ਸਾਹਮਣੇ ਖਾਣਾ ਰੱਖ ਦਿੱਤਾ। ਜਦੋਂ ਉਸਨੇ ਮੇਰੇ ਵੱਲੋਂ ਤਿਆਰ ਕੀਤਾ ਖਾਣਾ ਖਾਧਾ ਤਾਂ ਉਸ ਨੂੰ ਬਹੁਤ ਪਸੰਦ ਆਇਆ। ਉਸਨੇ ਮੇਰੀ ਬਹੁਤ ਤਾਰੀਫ ਕੀਤੀ ਅਤੇ ਮੇਰੀ ਮਾਂ ਨੂੰ ਪੁੱਛਣ ਲੱਗੀ ਕਿ ਇਹ ਖਾਣਾ ਕਿਸ ਕੁੜੀ ਨੇ ਤਿਆਰ ਕੀਤਾ ਹੈ, ਇਹ ਕੁੜੀ ਕੌਣ ਹੈ। ਤਾਂ ਮੇਰੀ ਮਾਂ ਨੇ ਉਹਨਾਂ ਨੂੰ ਦੱਸਿਆ ਕਿ ਉਹ ਮੇਰੇ ਪਤੀ ਦੀ ਪਹਿਲੀ ਪਤਨੀ ਦੀ ਧੀ ਹੈ, ਉਸ ਦਾ ਨਾਮ ਸ਼ਿਵਾਨੀ ਹੈ। ਫਿਰ ਉਸ ਔਰਤ ਨੇ ਮੇਰੇ ਵੱਲ ਬੜੇ ਧਿਆਨ ਨਾਲ ਦੇਖਿਆ ਅਤੇ ਫਿਰ ਮੇਰਾ ਹਾਲ ਚਾਲ ਪੁੱਛਣ ਲੱਗੀ। ਜਦੋਂ ਮੈਂ ਵੀ ਉਸ ਦੀ ਸਿਹਤ ਬਾਰੇ ਪੁੱਛਿਆ ਤਾਂ ਉਸਨੇ ਮੇਰੇ ਸਿਰ ਤੇ ਹੱਥ ਫੇਰਿਆ ਅਤੇ ਮੇਰੀ ਮਾਂ ਨੂੰ ਕਿਹਾ ਕਿ ਉਹ ਬਹੁਤ ਪਿਆਰੀ ਕੁੜੀ ਹੈ। ਕੁਦਰਤੀ ਵੱਲੋਂ ਹੀ ਮੇਰਾ ਰੰਗ ਰੂਪ ਬਹੁਤ ਵਧੀਆ ਸੀ, ਇਸੇ ਲਈ ਉਸ ਔਰਤ ਨੇ ਮੈਨੂੰ ਦੇਖਦੇ ਹੀ ਪਸੰਦ ਕਰ ਲਿਆ। ਉਸ ਔਰਤ ਨੇ ਮੇਰੀ ਮਾਂ ਤੋਂ ਆਪਣੇ ਪੁੱਤਰ ਲਈ ਮੇਰਾ ਰਿਸ਼ਤਾ ਮੰਗਿਆ। ਉਸ ਔਰਤ ਨੇ ਮੇਰੀ ਮਾਂ ਨੂੰ ਦੱਸਿਆ ਕਿ ਉਹ ਇੱਕ ਅਜੇ ਲੜਕੀ ਦੀ ਤਲਾਸ਼ ਕਰ ਰਹੀ ਹੈ ਜੋ ਸੁੰਦਰ ਹੋਵੇ ਅਤੇ ਘਰ-ਬਾਰ ਨੂੰ ਸੰਭਾਲਣਾ ਵੀ ਚੰਗੀ ਤਰ੍ਹਾਂ ਜਾਣਦੀ ਹੋਵੇ। ਤੇ ਫਿਰ ਇਸ ਲੜਕੀ ਦੀ ਆਪਣੀ ਮਾਂ ਵੀ ਨਹੀਂ ਹੈ ਅਤੇ ਉਸ ਦੀ ਆਪਣੀ ਕੋਈ ਭੈਣ ਵੀ ਨਹੀਂ ਹੈ। ਮੈਂ ਇੱਕ ਅਜਿਹੀ ਕੁੜੀ ਹੀ ਲੱਭਣਾ ਚਾਹੁੰਦੀ ਸੀ ਜਿਸ ਦਾ ਵਿਆਹ ਤੋਂ ਬਾਅਦ ਆਪਣੇ ਪੇਕੇ ਘਰ ਨਾਲ ਕੋਈ ਸੰਬੰਧ ਨਾ ਹੋਵੇ। ਮੈਨੂੰ ਪੂਰਾ ਭਰੋਸਾ ਸੀ ਕਿ ਮੈਂ ਅਜੇ ਬਹੁਤ ਛੋਟੀ ਸੀ ਤੇ ਮੇਰੀ ਮਾਂ ਮੇਰਾ ਰਿਸ਼ਤਾ ਉਸ ਔਰਤ ਨੂੰ ਦੇਣ ਤੋਂ ਇਨਕਾਰ ਕਰ ਦੇਵੇਗੀ, ਕਿਉਂਕਿ ਉਹ ਜਲਦੀ ਤੋਂ ਜਲਦੀ ਆਪਣੇ ਪੁੱਤਰ ਦਾ ਵਿਆਹ ਕਰਵਾਉਣਾ ਚਾਹੁੰਦੀ ਸੀ। ਮੈਂ ਉਸ ਔਰਤ ਦੇ ਮੂੰਹੋਂ ਸੁਣਿਆ ਸੀ ਅਤੇ ਮੈਂ ਸਿਰਫ 16 ਸਾਲ ਦੀ ਸੀ, ਇਸ ਲਈ ਯਕੀਨਨ ਮੇਰੀ ਮਾਂ ਇਸ ਔਰਤ ਨੂੰ ਮੇਰਾ ਰਿਸ਼ਤਾ ਦੇਣ ਤੋਂ ਇਨਕਾਰ ਕਰ ਦੇਵੇਗੀ। ਪਰ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਮੇਰੀ ਮਾਂ ਨੇ ਇਸ ਵਿਆਹ ਦੇ ਬਦਲੇ ਉਸ ਔਰਤ ਤੋਂ 5 ਲੱਖ ਰੁਪਏ ਮੰਗੇ ਅਤੇ ਉਸ ਨੂੰ 1 ਹਫ਼ਤੇ ਦੇ ਅੰਦਰ ਅੰਦਰ ਵਿਆਹ ਕਰਨ ਲਈ ਕਿਹਾ। ਉਹ ਔਰਤ ਖੁਸ਼ੀ-ਖੁਸ਼ੀ 5000 ਦੇਣ ਲਈ ਸਹਿਮਤ ਹੋ ਗਈ ਅਤੇ ਮੇਰੀ ਮਤਰੇਈ ਮਾਂ ਨੂੰ ਇਸ ਰਿਸ਼ਤੇ ਨੂੰ ਪੱਕਾ ਕਰਨ ਲਈ ਕਹਿ ਦਿੱਤਾ ਤੇ ਵਿਆਹ ਵਾਲੇ ਦਿਨ 5 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ। ਉਹ ਔਰਤ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਹ ਖੁਸ਼ਖਬਰੀ ਸੁਣਾਉਣ ਲਈ ਝੱਟ ਆਪਣੇ ਘਰ ਚਲੀ ਗਈ। ਉਸ ਔਰਤ ਦੇ ਜਾਂਦੇ ਹੀ ਮੈਂ ਆਪਣੀ ਮਤਰੇਈ ਮਾਂ ਨੂੰ ਸਾਫ਼-ਸਾਫ਼ ਕਿਹਾ ਕਿ ਮੈਂ ਇਹ ਵਿਆਹ ਕਦੇ ਨਹੀਂ ਕਰਾਵਾਂਗੀ। ਮੇਰੀ ਜ਼ਿੰਦਗੀ ਦਾ ਫੈਸਲਾ ਕਰਨ ਵਾਲੇ ਤੁਸੀਂ ਹੁੰਦੇ ਕੌਣ ਹੋ? ਮੇਰੀ ਮਤਰੇਈ ਮਾਂ ਨੇ ਮੈਨੂੰ ਥੱਪੜ ਮਾਰ ਕੇ ਕਿਹਾ, ਤੂੰ ਕਿੰਨੀ ਬੇਸ਼ਰਮ ਕੁੜੀ ਹੈ, ਤੂੰ ਆਪਣੇ ਵਿਆਹ ਤੋਂ ਇਨਕਾਰ ਕਿਵੇਂ ਕਰ ਸਕਦੀ ਹੈ? ਜੇਕਰ ਤੂੰ ਇੱਥੇ ਵਿਆਹ ਨਹੀਂ ਕਰਨਾ ਚਾਹੁੰਦੀ ਤਾਂ ਜ਼ਰੂਰ ਤੇਰਾ ਕਿਸੇ ਹੋਰ ਨਾਲ ਅਫੇਅਰ ਹੋਵੇਗਾ, ਇਸੇ ਲਈ ਤੂੰ ਵਿਆਹ ਤੋਂ ਇਨਕਾਰ ਕਰ ਰਹੀ ਹੈ। ਉਹ ਵਿਅਕਤੀ ਕੌਣ ਹੈ ਜਿਸ ਨਾਲ ਤੂੰ ਵਿਆਹ ਕਰਨਾ ਚਾਹੁੰਦੀ? ਮੈਂ ਸਹੁੰ ਖਾਧੀ ਕਿ ਮੇਰਾ ਕਿਸੇ ਨਾਲ ਕੋਈ ਅਫੇਅਰ ਨਹੀਂ ਹੈ। ਤੁਸੀਂ ਮੇਰੇ ਨਾਲ ਗੱਲ ਕਰਨ ਤੋਂ ਪਹਿਲਾਂ ਘੱਟੋ ਘੱਟ ਮੇਰੀ ਉਮਰ ਦੇਖ ਲਓ। ਤਾਂ ਮੇਰੀ ਮਤਰੇਈ ਮਾਂ ਨੇ ਕਿਹਾ ਕਿ ਮੈਂ ਕਹਿ ਰਹੀ ਹਾਂ ਕਿ ਤੂੰ ਚੁੱਪਚਾਪ ਵਿਆਹ ਕਰ ਲੈ ਅਤੇ ਇਸ ਬਾਰੇ ਆਪਣੇ ਪਿਤਾ ਨਾਲ ਗੱਲ ਕਰਨ ਦੀ ਕੋਈ ਲੋੜ ਨਹੀਂ। ਮਤਰੇਈ ਮਾਂ ਨੇ ਮੈਨੂੰ ਆਪਣੇ ਪਿਤਾ ਨਾਲ ਗੱਲ ਕਰਨ ਤੋਂ ਪਹਿਲਾਂ ਹੀ ਰੋਕ ਦਿੱਤਾ ਸੀ, ਪਰ ਮੈਂ ਉਹਨਾਂ ਨਾਲ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਪਿਤਾ ਜੀ ਕਦੇ ਮੇਰੀ ਗੱਲ ਨਹੀਂ ਸੁਣ
ਸੁਣਨਗੇ। ਉਹ ਮੇਰੀ ਮਤਰੇਈ ਮਾਂ ਦੀ ਹੀ ਗੱਲ ਸੁਣਨਗੇ। ਉਹ ਪਹਿਲਾਂ ਕਦੇ ਮੇਰੇ ਹੱਕ ਵਿੱਚ ਨਹੀਂ ਬੋਲੇ ਸਨ। ਮੇਰੇ ਵਿਆਹ ਤੋਂ 4 ਦਿਨ ਪਹਿਲਾਂ ਮੇਰੀ ਮਤਰੇਈ ਮਾਂ ਨੇ ਘਰ ਦੇ ਸਾਰੇ ਕੱਪੜੇ ਮੇਰੇ ਤੋਂ ਹੀ ਧਵਾਏ ਸਨ। ਪਹਿਲਾਂ ਵੀ ਕੱਪੜੇ ਧੋਣ ਦਾ ਕੰਮ ਮੈਂ ਹੀ ਕਰਦੀ ਸੀ, ਪਰ ਇਸ ਵਾਰ ਮੇਰੀ ਮਤਰੇਈ ਮਾਂ ਨੇ ਮੈਨੂੰ ਸੰਦੂਕ ਵਿੱਚੋਂ ਰੱਖੇ ਰਜਾਈਆਂ ਅਤੇ ਚਾਦਰਾਂ ਆਦਿ ਧੋਣ ਲਈ ਵੀ ਮਜਬੂਰ ਕਰ ਦਿੱਤਾ ਸੀ। ਹੁਣ ਮੈਂ ਸਦਾ ਲਈ ਇੱਥੋਂ ਚਲੇ ਜਾਣਾ ਸੀ ਅਤੇ ਹੁਣ ਇਹ ਸਾਰੇ ਕੰਮ ਮੇਰੀ ਮਾਂ ਨੇ ਹੀ ਕਰਨੇ ਸਨ। ਇਸੇ ਲਈ ਮੇਰੇ ਜਾਣ ਤੋਂ ਪਹਿਲਾਂ ਹੀ ਉਹ ਚਾਹੁੰਦੀ ਸੀ ਕਿ ਮੈਂ ਸਾਰਾ ਕੰਮ ਕਰਾਂ। ਜਿਵੇਂ ਜਿਵੇਂ ਮੇਰੇ ਵਿਆਹ ਦਾ ਦਿਨ ਨੇੜੇ ਆ ਰਿਹਾ ਸੀ, ਮੈਂ ਬਹੁਤ ਡਰੀ ਹੋਈ ਸੀ, ਕਿਉਂਕਿ ਮੈਨੂੰ ਵਿਆਹ ਬਾਰੇ ਕੁਝ ਪਤਾ ਨਹੀਂ ਸੀ। ਮੈਂ ਤਾਂ ਕਦੇ ਘਰੋਂ ਬਾਹਰ ਵੀ ਨਹੀਂ ਗਈ ਸੀ। ਮੈਨੂੰ ਬਾਹਰੀ ਦੁਨੀਆ ਦੇ ਮਾਹੌਲ ਦਾ ਕੋਈ ਅੰਦਾਜ਼ਾ ਨਹੀਂ ਸੀ। ਮੈਂ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਨਹੀਂ ਦੇਖਿਆ ਸੀ। ਇਸ ਲਈ ਇਹਨਾਂ ਅਣਜਾਣ ਲੋਕਾਂ ਵਿੱਚ ਜੀਵਨ ਜਿਉਣਾ ਹੋਰ ਵੀ ਔਖਾ ਹੋ ਜਾਣਾ ਸੀ। ਇਹ ਸੋਚ ਕੇ ਮੈਂ ਬਹੁਤ ਡਰ ਗਈ ਸੀ। ਅਤੇ ਫਿਰ ਆਖਰ ਵਿਆਹ ਦਾ ਦਿਨ ਵੀ ਆ ਗਿਆ। ਜਦੋਂ ਮੇਰੀ ਮਤਰੇਈ ਮਾਂ ਲਾਲ ਰੰਗ ਦਾ ਜੋੜਾ ਲੈ ਕੇ ਮੇਰੇ ਕੋਲ ਆਈ ਅਤੇ ਮੈਨੂੰ ਤਿਆਰ ਕਰਨ ਲੱਗੀ। ਤਿਆਰ ਕਰਨ ਤੋਂ ਬਾਅਦ ਮੇਰੀ ਮਤਰੇਈ ਮਾਂ ਮੈਨੂੰ ਬਾਹਰ ਹਾਲ ਵਿੱਚ ਲੈ ਗਈ, ਜਿੱਥੇ ਕੁਝ ਲੋਕ ਪਹਿਲਾਂ ਹੀ ਮੌਜੂਦ ਸਨ। ਮੇਰੇ ਵਿਆਹ ਵਿੱਚ ਕੁਝ ਹੀ ਲੋਕ ਆਏ ਸਨ ਜੋ ਸ਼ਾਇਦ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਸਨ। ਮੈਂ ਬਹੁਤ ਸਧਾਰਨ ਵਿਆਹ ਕਰਵਾ ਲਿਆ ਤੇ ਵਿਦਾ ਹੋ ਕੇ ਆਪਣੇ ਸਹੁਰੇ ਘਰ ਚਲੀ ਗਈ। ਮੇਰੀ ਸੱਸ ਨੇ ਮੈਨੂੰ ਉਸ ਕਮਰੇ ਵਿੱਚ ਬਿਠਾਇਆ ਜਿੱਥੇ ਬਹੁਤ ਸੁੰਦਰ ਫੁੱਲਾਂ ਦਾ ਬਿਸਤਰਾ ਸਜਾਇਆ ਹੋਇਆ ਸੀ। ਇੰਨਾ ਸੋਹਣਾ ਕਮਰਾ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖਿਆ ਸੀ, ਕਿਉਂਕਿ ਅਸੀਂ ਬਹੁਤ ਗਰੀਬ ਲੋਕ ਸੀ। ਸਾਡਾ ਆਪਣਾ ਘਰ ਪੁਰਾਣਾ ਤੇ ਕੱਚਾ ਸੀ। ਇਸ ਕਮਰੇ ਵਿੱਚ ਇੱਕ ਬਹੁਤ ਹੀ ਸੁੰਦਰ ਬੈੱਡ ਸੀ, ਜਿਸ ਤੇ ਬਹੁਤ ਹੀ ਸੁੰਦਰ ਫੁੱਲਾਂ ਦਾ ਬਿਸਤਰਾ ਸਜਾਇਆ ਗਿਆ ਸੀ ਅਤੇ ਜਿਸ ਨੂੰ ਦੇਖ ਕੇ ਮੈਂ ਬਹੁਤ ਖੁਸ਼ ਹੋ ਗਈ। ਉਸੇ ਕਮਰੇ ਵਿੱਚ ਇੱਕ ਵੱਡੇ ਡਰੈਸਿੰਗ ਟੇਬਲ ਦੇ ਸਾਹਮਣੇ ਖੜ ਕੇ ਮੈਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਣ ਲੱਗੀ। ਅੱਜ ਮੇਰੀ ਜ਼ਿੰਦਗੀ ਵਿੱਚ ਪਹਿਲੀ ਵਾਰ ਮੈਂ ਇੰਨਾ ਮੇਕਅਪ ਕੀਤਾ ਅਤੇ ਮੈਂ ਬਹੁਤ ਸੁੰਦਰ ਲੱਗ ਰਹੀ ਸੀ। ਮੈਂ ਪਹਿਲਾਂ ਵੀ ਬਹੁਤ ਸੋਹਣੀ ਸੀ। ਮੇਰਾ ਰੰਗ ਸਾਫ਼ ਸੋਹਣਾ ਸਰੀਰ ਤੇ ਲੰਬੇ ਵਾਲ ਸਨ, ਪਰ ਹੁਣ ਮੈਂ ਹੋਰ ਵੀ ਸੋਹਣੀ ਲੱਗ ਰਹੀ ਸੀ। ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੇਖਣ ਤੋਂ ਬਾਅਦ ਮੈਂ ਜਾ ਕੇ ਉਸ ਸੋਫੇ ਤੇ ਬੈਠ ਗਈ ਜੋ ਬਹੁਤ ਨਰਮ ਸੀ। ਮੈਨੂੰ ਉੱਥੇ ਬੈਠ ਕੇ ਬਹੁਤ ਮਜ਼ਾ ਆ ਰਿਹਾ ਸੀ। ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਇੰਨਾ ਵੱਡਾ ਅਤੇ ਨਰਮ ਸੋਫਾ ਦੇਖਿਆ ਸੀ। ਉਸ ਕਮਰੇ ਵਿੱਚ ਹਰ ਚੀਜ਼ ਬਹੁਤ ਮਹਿੰਗੀ ਅਤੇ ਸੁੰਦਰ ਲੱਗ ਰਹੀ ਸੀ। ਇਹ ਸਭ ਦੇਖ ਕੇ ਮੈਨੂੰ ਬਹੁਤ ਚੰਗਾ ਲੱਗ ਰਿਹਾ। ਮੈਂ ਜਿੱਥੇ ਵਿਆਹ ਕਰਕੇ ਆਈ ਸੀ, ਇਹ ਲੋਕ ਬਹੁਤ ਅਮੀਰ ਲੱਗਦੇ ਸਨ। ਮੈਂ ਮਨ ਵਿੱਚ ਸੋਚ ਰਹੀ ਸੀ ਕਿ ਸ਼ਾਇਦ ਰੱਬ ਨੇ ਮੇਰੀ ਕਿਸਮਤ ਵਿੱਚ ਦੁੱਖ ਲਿਖਣਾ ਬੰਦ ਕਰ ਦਿੱਤਾ ਹੈ ਅਤੇ ਹੁਣ ਮੇਰੀ ਜ਼ਿੰਦਗੀ ਵਿੱਚ ਸਿਰਫ ਖੁਸ਼ੀਆਂ ਹੀ ਆਉਣ ਵਾਲੀਆਂ ਹਨ। ਮੈਂ ਆਉਣ ਵਾਲੀ ਜ਼ਿੰਦਗੀ ਬਾਰੇ ਸੋਚ ਕੇ ਬਹੁਤ ਖੁਸ਼ ਹੋ ਰਹੀ ਸੀ ਅਤੇ ਫਿਰ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਅਤੇ ਇੱਕ ਸੁੰਦਰ ਨੌਜਵਾਨ ਨੇ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਆਉਂਦੇ ਹੀ ਉਸਨੇ ਕੁੰਡੀ ਲਗਾ ਦਿੱਤੀ ਜੋ ਮੇਰਾ ਪਤੀ ਸੀ। ਉਹ ਮੇਰੇ ਨੇੜੇ ਆ ਕੇ ਬੈਠ ਗਿਆ। ਮੇਰੇ ਵੱਲ ਦੇਖ ਕੇ ਉਹ ਬੋਲਿਆ, ਤੂੰ ਬਹੁਤ ਸੋਹਣੀ ਹੈ। ਉਹ ਮੇਰੀ ਖੂਬਸੂਰਤੀ ਦੀ ਤਾਰੀਫ ਕਰਨ ਲੱਗਾ ਜੋ ਮੈਨੂੰ ਬਹੁਤ ਪਸੰਦ ਆ ਰਹੀ ਸੀ। ਮੇਰੀ ਜ਼ਿੰਦਗੀ ਵਿੱਚ ਪਹਿਲੀ ਵਾਰ ਕਿਸੇ ਨੇ ਮੇਰੀ ਤਾਰੀਫ ਕੀਤੀ ਸੀ। ਨਹੀਂ ਤਾਂ ਮੇਰੇ ਮਾਪਿਆਂ ਦੇ ਘਰ ਮੈਂ ਸਿਰਫ ਝੜਕਾਂ ਹੀ ਸੁਣੀਆਂ ਸਨ। ਮੇਰੇ ਪਤੀ ਸਮੀਰ ਨੇ ਕਿਹਾ ਕਿ ਮੈਂ ਆਪਣੀ ਮਾਂ ਦੇ ਫੈਸਲੇ ਤੋਂ ਬਹੁਤ ਖੁਸ਼ ਹਾਂ ਕਿ ਉਹਨਾਂ ਨੇ ਮੇਰੀ ਪਸੰਦ ਦਾ ਧਿਆਨ ਰੱਖਿਆ ਅਤੇ ਮੇਰੇ ਲਈ ਇੰਨੀ ਪਿਆਰੀ ਪਤਨੀ ਲੈ ਕੇ ਆਏ। ਉਸਨੇ ਆਪਣੀ ਜੇਬ ਵਿੱਚੋਂ ਡੱਬੀ ਕੱਢ ਕੇ ਮੇਰੇ ਸਾਹਮਣੇ ਰੱਖ ਦਿੱਤੀ ਅਤੇ ਉਸ ਵਿੱਚੋਂ ਇੱਕ ਸੋਨੇ ਦੀ ਮੁੰਦਰੀ ਕੱਢ ਕੇ ਮੇਰੀ ਉਂਗਲੀ ਵਿੱਚ ਪਾ ਦਿੱਤੀ ਅਤੇ ਮੈਨੂੰ ਕਿਹਾ ਕਿ ਇਹ ਮੇਰੇ ਵੱਲੋਂ ਤੁਹਾਡੀ ਲਈ ਤੋਹਫਾ ਹੈ। ਜ਼ਿੰਦਗੀ 'ਚ ਪਹਿਲੀ ਵਾਰ ਕਿਸੇ ਨੇ ਮੈਨੂੰ ਤੋਹਫਾ ਦਿੱਤਾ ਸੀ, ਜਿਸ ਨੂੰ ਦੇਖ ਕੇ ਮੈਂ ਬਹੁਤ ਖੁਸ਼ ਹੋਈ। ਖੁਸ਼ੀ ਦੇ ਕਾਰਨ ਮੇਰੀਆਂ ਅੱਖਾਂ ਵਿੱਚੋਂ ਹੰਝੂ ਸਨ। ਉਸ ਅਜਨਬੀ ਵਿੱਚ ਇੰਨੀ ਨੇੜਤਾ ਅਤੇ ਇੰਨਾ ਪਿਆਰ ਸੀ ਕਿ ਮੈਨੂੰ ਆਪਣੀ ਜ਼ਿੰਦਗੀ ਵਿੱਚ ਆਪਣੇ ਖੂਨ ਦੇ ਰਿਸ਼ਤਿਆਂ ਤੋਂ ਵੀ ਇੰਨਾ ਪਿਆਰ ਨਹੀਂ ਮਿਲਿਆ ਸੀ। ਉਸ ਦਾ ਗੱਲ ਕਰਨ ਦਾ ਤਰੀਕਾ ਇੰਨਾ ਪਿਆਰਾ ਸੀ ਕਿ ਇਸ ਨੇ ਮੇਰਾ ਦਿਲ ਜਿੱਤ ਲਿਆ। ਮੈਂ ਕੁਝ ਦਿਨ ਪਹਿਲਾਂ ਇਸ ਵਿਆਹ ਤੋਂ ਬਹੁਤ ਨਾਖੁਸ਼ ਸੀ, ਪਰ ਹੁਣ ਮੈਂ ਇਸ ਵਿਆਹ ਤੋਂ ਬਹੁਤ ਖੁਸ਼ ਸੀ। ਮੈਨੂੰ ਪਤਾ ਨਹੀਂ ਲੱਗਾ ਕਿ ਸਾਰੀ ਰਾਤ ਪਿਆਰ ਭਰੀਆਂ ਗੱਲਾਂ ਵਿੱਚ ਕਿਵੇਂ ਲੰਘ ਗਈ। ਅਗਲੀ ਸਵੇਰ ਮੇਰੀਆਂ ਅੱਖਾਂ ਉਦੋਂ ਖੁੱਲੀਆਂ ਜਦੋਂ ਮੇਰੇ ਪਤੀ ਨੇ ਮੇਰੀ ਗੱਲ ਤੇ ਗੁਲਾਬ ਦਾ ਫੁੱਲ ਰੱਖ ਕੇ ਮੈਨੂੰ ਜਗਾਇਆ। ਅੱਜ ਜ਼ਿੰਦਗੀ ਵਿੱਚ ਪਹਿਲੀ ਵਾਰ ਮੈਂ ਇੰਨੀ ਦੇਰ ਨਾਲ ਜਾਗੀ ਸੀ, ਕਿਉਂਕਿ ਮੇਰੇ ਘਰ ਵਿੱਚ ਮੈਂ ਸਵੇਰੇ 4 ਵਜੇ ਜਾਗਦੀ ਸੀ। ਮੈਂ ਆਪਣੇ ਪਤੀ ਤੋਂ ਮਾਫੀ ਮੰਗੀ ਕਿ ਮੈਨੂੰ ਨਹੀਂ ਪਤਾ ਕਿ ਮੈਂ ਇੰਨੀ ਦੇਰ ਤੱਕ ਕਿਵੇਂ ਸੁੱਤੀ ਰਹੀ। ਤਾਂ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਮੈਨੂੰ ਹੁਣ ਵੀ ਤੁਹਾਨੂੰ ਜਗਾਉਣਾ ਚੰਗਾ ਨਹੀਂ ਲੱਗਾ, ਕਿਉਂਕਿ ਤੁਸੀਂ ਸੌਂਦੇ ਸਮੇਂ ਬਹੁਤ ਪਿਆਰੇ ਲੱਗ ਰਹੇ ਸੀ, ਪਰ ਮੈਨੂੰ ਹੇਠਾਂ ਨਾਸ਼ਤੇ ਲਈ ਬੁਲਾ ਰਹੇ ਸੀ। ਇਸੇ ਲਈ ਮੈਨੂੰ ਤੁਹਾਨੂੰ
ਤੁਹਾਨੂੰ ਜਗਾਉਣਾ ਪਿਆ। ਮੈਂ ਆਪਣੇ ਪਤੀ ਨੂੰ ਕਿਹਾ ਕਿ ਅੱਜ ਮੇਰੀ ਜ਼ਿੰਦਗੀ ਦੀ ਪਹਿਲੀ ਰਾਤ ਜਿਸ ਵਿੱਚ ਮੈਂ ਇੰਨੀ ਸ਼ਾਂਤੀ ਨਾਲ ਸੌਂ ਸਕੀ ਹਾਂ, ਨਹੀਂ ਤਾਂ ਕਦੇ ਵੀ ਮੈਂ ਇੰਨੀ ਸ਼ਾਂਤੀ ਨਾਲ ਨਹੀਂ ਸੁੱਤੀ। ਇਸ ਲਈ ਮੇਰੇ ਪਤੀ ਸਮੀਰ ਨੇ ਉਸੇ ਪਲ ਮੇਰੇ ਨਾਲ ਵਾਅਦਾ ਕੀਤਾ ਕਿ ਤੁਹਾਡੀ ਹਰ ਸਵੇਰ ਅਜੀ ਸ਼ਾਂਤੀ ਨਾਲ ਲੰਘੇਗੀ। ਇਹ ਤੁਹਾਡੇ ਨਾਲ ਮੇਰਾ ਵਾਅਦਾ ਹੈ। ਮੈਂ ਤੁਹਾਡੀ ਜ਼ਿੰਦਗੀ ਨੂੰ ਇੰਨੀਆਂ ਖੁਸ਼ੀਆਂ ਨਾਲ ਭਰ ਦਿਆਂਗਾ ਕਿ ਤੁਹਾਨੂੰ ਕਦੇ ਵੀ ਆਪਣਾ ਅਤੀਤ ਯਾਦ ਨਹੀਂ ਆਵੇਗਾ। ਮੈਨੂੰ ਅਜਿਹਾ ਪਿਆਰ ਕਰਨ ਵਾਲਾ ਪਤੀ ਮਿਲਣ ਤੇ ਬਹੁਤ ਖੁਸ਼ੀ ਹੋਈ। ਮੈਂ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਮੈਨੂੰ ਇੰਨੇ ਦੁੱਖ ਦੇਣ ਤੋਂ ਬਾਅਦ ਉਸਨੇ ਹੁਣ ਮੇਰੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਦਿੱਤੀ ਸੀ, ਜਿੱਥੇ ਅਜੇ ਚੰਗੇ ਅਤੇ ਪਿਆਰ ਕਰਨ ਵਾਲੇ ਲੋਕ ਸਨ। ਮੈਂ ਬਹੁਤ ਖੁਸ਼ ਸੀ। ਮੈਂ ਜਲਦੀ ਤਿਆਰ ਹੋ ਕੇ ਆਪਣੇ ਪਤੀ ਨਾਲ ਹਾਲ ਵਿੱਚ ਆ ਗਈ, ਜਿੱਥੇ ਹਰ ਕੋਈ ਨਾਸ਼ਤੇ ਦੀ ਮੇਜ਼ ਤੇ ਬੈਠਾ ਸਾਡੀ ਉਡੀਕ ਕਰ ਰਿਹਾ ਸੀ। ਉੱਥੇ ਪਹੁੰਚ ਕੇ ਸਭ ਤੋਂ ਪਹਿਲਾਂ ਮੈਂ ਆਪਣੀ ਸੱਸ ਦੇ ਪੈਰ ਛੂਹ ਕੇ ਉਹਨਾਂ ਦਾ ਆਸ਼ੀਰਵਾਦ ਲਿਆ। ਫਿਰ ਸਹੁਰੇ ਘਰ ਮੇਜ਼ ਤੇ ਮੇਰੀ ਸੱਸ, ਸਹੁਰਾ ਅਤੇ ਮੇਰੇ 2 ਛੋਟੇ ਦਿਓਰ ਮੌਜੂਦ ਸਨ। ਮੇਰੀ ਸੱਸ ਨੇ ਆਪਣੇ ਪਰਸ ਵਿੱਚੋਂ ਪੈਸੇ ਕੱਢੇ ਅਤੇ ਨਾਲ ਹੀ ਸਾਡੇ ਪਤੀ ਪਤਨੀ ਤੋਂ ਬਾਹਰ ਕੇ ਨੌਕਰਾਣੀ ਨੂੰ ਦੇ ਦਿੱਤੇ। ਮੈਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਇੱਕ ਵਿਅਕਤੀ ਦੇ ਜੀਵਨ ਵਿੱਚ ਇੰਨੀ ਜਲਦੀ ਇੰਨੀ ਵੱਡੀ ਤਬਦੀਲੀ ਕਿਵੇਂ ਆ ਸਕਦੀ ਹੈ ਕਿ ਮੇਰੀ ਮਤਰੇਈ ਮਾਂ, ਜਿਸ ਨੇ ਮੈਨੂੰ ਕਦੇ 1 ਰੁਪਇਆ ਵੀ ਨਹੀਂ ਦਿੱਤਾ ਸੀ ਤੇ ਮੈਂ ਪੈਸਿਆਂ ਲਈ ਹਮੇਸ਼ਾ ਤਰਸਦੀ ਰਹਿੰਦੀ ਸੀ, ਅੱਜ ਹਜ਼ਾਰਾਂ ਰੁਪਏ ਦੇ ਨੋਟ ਮੇਰੇ ਉੱਪਰੋਂ ਵਾਰ ਕੇ ਨੌਕਰਾਂ ਨੂੰ ਦਿੱਤੇ ਜਾ ਰਹੇ ਸਨ। ਇਹ ਯਕੀਨੀ ਤੌਰ ਤੇ ਮੇਰੇ ਕਿਸੇ ਕਰਮਾਂ ਦਾ ਨਤੀਜਾ ਸੀ ਜੋ ਮੈਨੂੰ ਇਸ ਰਿਸ਼ਤੇ ਦੇ ਰੂਪ ਵਿੱਚ ਮਿਲਿਆ ਸੀ। ਜਦੋਂ ਅਸੀਂ ਸਾਰੇ ਪਰਿਵਾਰਕ ਮੈਂਬਰ ਇਕੱਠੇ ਨਾਸ਼ਤਾ ਕਰ ਰਹੇ ਸੀ ਤਾਂ ਮੇਰੀ ਸੱਸ ਨੇ ਮੈਨੂੰ ਕੁਝ ਮਿੱਠਾ ਬਣਾਉਣ ਲਈ ਕਿਹਾ। ਉਹਨਾਂ ਨੇ ਕਿਹਾ ਕਿ ਇਹ ਸਾਡੇ ਪਰਿਵਾਰ ਦੀ ਰਵਾਇਤ ਹੈ ਕਿ ਅਸੀਂ ਨਵੀਂ ਨੂੰਹ ਤੋਂ ਕੁਝ ਮਿੱਠਾ ਬਣਵਾਉਂਦੇ ਹਾਂ। ਮੈਂ ਸਾਰੇ ਲੋਕਾਂ ਲਈ ਖੀਰ ਬਣਾਈ। ਵੈਸੇ ਤਾਂ ਮੈਂ ਹਰ ਚੀਜ਼ ਨੂੰ ਬਹੁਤ ਵਧੀਆ ਬਣਾਉਂਦੀ ਸੀ, ਪਰ ਉਸ ਦਿਨ ਖੀਰ ਬਣਾਉਂਦੇ ਸਮੇਂ ਮੈਂ ਖਾਸ ਧਿਆਨ ਹੀ ਰੱਖਿਆ ਤਾਂ ਜੋ ਸਾਰਿਆਂ ਨੂੰ ਖੀਰ ਪਸੰਦ ਆਵੇ ਅਤੇ ਇਹ ਬਹੁਤ ਵਧੀਆ ਬਣੀ ਸੀ ਅਤੇ ਸਾਰਿਆਂ ਨੂੰ ਬਹੁਤ ਪਸੰਦ ਆਈ। ਖੀਰ ਖਾਣ ਤੋਂ ਬਾਅਦ ਮੇਰੇ ਸਹੁਰੇ ਨੇ ਮੈਨੂੰ ਇਨਾਮ ਵਜੋਂ 20,000 ਰੁਪਏ ਦਿੱਤੇ ਅਤੇ ਮੈਨੂੰ ਕਿਹਾ ਕਿ ਉਹ ਭਵਿੱਖ ਵਿੱਚ ਵੀ ਮੇਰੇ ਲਈ ਅਜਿਹੀ ਸਵਾਦੀ ਖੀਰ ਬਣਾਉਂਦੇ ਰਹਿਣ। ਉਸ ਸਮੇਂ ਮੈਂ ਬਹੁਤ ਖੁਸ਼ ਕਿ ਸਾਰਿਆਂ ਨੇ ਮੇਰੇ ਦੁਆਰਾ ਬਣਾਈ ਖੀਰ ਪਸੰਦ ਕੀਤੀ। ਮੈਂ ਆਪਣੇ ਵਿਆਹ ਦੇ ਦੂਜੇ ਦਿਨ ਹੀ ਆਪਣੇ ਘਰ ਨੂੰ ਖੁਦ ਸੰਭਾਲਣ ਦਾ ਫੈਸਲਾ ਕਰ ਲਿਆ ਸੀ। ਮੈਂ ਆਪਣੀ ਸੱਸ ਕੋਲ ਗਈ ਤੇ ਮੈਂ ਆਪਣੀ ਸੱਸ ਨੂੰ ਪੁੱਛਿਆ ਕਿ ਅੱਜ ਰਾਤ ਦੇ ਖਾਣੇ ਵਿੱਚ ਕੀ ਬਣਾਉਣਾ ਹੈ, ਬਸ ਤੁਸੀਂ ਦੱਸੋ। ਤਾਂ ਮੇਰੀ ਸੱਸ ਕਹਿਣ ਲੱਗੀ, ਬੇਟਾ ਇੰਨੀ ਜਲਦੀ ਕੀ ਹੈ, ਹੁਣ ਸਾਰੀ ਉਮਰ ਇਸ ਘਰ ਦੀ ਸੰਭਾਲ ਤੁਸੀਂ ਹੀ ਕਰਨੀ ਹੈ। ਹੁਣ ਮੇਰੀਆਂ ਹੱਡੀਆਂ ਵਿੱਚ ਇੰਨੀ ਤਾਕਤ ਨਹੀਂ ਹੈ ਕਿ ਮੈਂ ਘਰ ਦਾ ਕੰਮ ਕਰ ਸਕਾਂ ਜਾਂ ਘਰ ਦੀ ਦੇਖਭਾਲ ਕਰ ਸਕਾਂ। ਇਹ ਤੁਹਾਡਾ ਘਰ ਹੈ, ਤੁਸੀਂ ਇਸ ਨੂੰ ਸੰਭਾਲਣਾ ਹੈ, ਪਰ ਤੁਸੀਂ ਨਵੇਂ ਵਿਆਹੇ ਹੋ, ਵਿਆਹ ਦਾ ਅਜੇ ਦੂਜਾ ਦਿਨ ਹੈ, ਅਜੇ ਤੇਰੇ ਹੱਥਾਂ ਦੀ ਮਹਿੰਦੀ ਵੀ ਨਹੀਂ ਉਤਰੀ। ਇਹ ਤੁਹਾਡੇ ਵਿਆਹ ਦੇ ਪਹਿਲੇ ਦਿਨ ਹਨ। ਆਪਣੇ ਪਤੀ ਲਈ ਆਪਣੇ ਆਪ ਨੂੰ ਸਜਾਓ, ਸਵਾਰੋ, ਆਪਣੇ ਆਪ ਨੂੰ ਤਿਆਰ ਕਰੋ, ਉਸ ਨੂੰ ਖੁਸ਼ ਰੱਖੋ। ਪ੍ਰਮਾਤਮਾ ਤੁਹਾਨੂੰ ਦੋਵਾਂ ਨੂੰ ਤੰਦਰੁਸਤ ਰੱਖੇ, ਦੋਨਾਂ ਨੂੰ ਹਮੇਸ਼ਾ ਇਸੇ ਤਰ੍ਹਾਂ ਖੁਸ਼ ਰੱਖੇ। ਅੱਗੇ ਜਾ ਕੇ ਤੁਸੀਂ ਘਰ ਹੀ ਸੰਭਾਲਣਾ ਹੈ। ਸੱਸ ਦੀ ਗੱਲ ਸੁਣ ਕੇ ਮੈਨੂੰ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਮੇਰੀ ਕਿਸਮਤ ਇੰਨੀ ਚੰਗੀ ਹੋ ਸਕਦੀ ਹੈ, ਮੈਂ ਇੰਨੀ ਖੁਸ਼ਕਿਸਮਤ ਹੋ ਸਕਦੀ ਹਾਂ ਕਿ ਮੈਨੂੰ ਅਜੀ ਚੰਗੀ ਸੱਸ ਮਿਲੀ। ਫਿਰ ਮੇਰੀ ਸੱਸ ਨੇ ਮੇਰੇ ਪਤੀ ਨੂੰ ਕਿਹਾ ਕਿ ਬਹੂ ਨੂੰ ਹਨੀਮੂਨ ਤੇ ਲੈ ਜਾਓ। ਤਾਂ ਮੇਰੇ ਪਤੀ ਨੇ ਮੈਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਮੈਡਮ ਕਿੱਥੇ ਜਾਣਾ ਹੈ, ਮੈਨੂੰ ਹੁਕਮ ਦਿਓ, ਤੁਸੀਂ ਕਿੱਥੇ ਜਾਓਗੇ, ਤੁਸੀਂ ਜਿੱਥੇ ਕਹੋਗੇ ਮੈਂ ਤੁਹਾਨੂੰ ਉੱਥੇ ਲੈ ਕੇ ਜਾਵਾਂ। ਮੈਂ ਕਦੇ ਆਪਣੇ ਇਲਾਕੇ ਤੋਂ ਬਾਹਰ ਵੀ ਨਹੀਂ ਗਈ ਸੀ, ਇਸ ਲਈ ਮੈਨੂੰ ਸ਼ਹਿਰ ਦੇ ਨਾਮ ਵੀ ਨਹੀਂ ਪਤਾ ਸਨ ਕਿ ਭਾਰਤ ਤੋਂ ਬਾਹਰ ਕਿਹੜੇ ਦੇਸ਼ ਹਨ ਅਤੇ ਭਾਰਤ ਦੇ ਅੰਦਰ ਕਿਹੜੀਆਂ ਸੁੰਦਰ ਥਾਵਾਂ ਹਨ ਜਿੱਥੇ ਮੈਂ ਆਪਣੇ ਪਤੀ ਨਾਲ ਸੈਰ ਕਰਨ ਲਈ ਜਾ ਸਕਦੀ ਹਾਂ। ਮੈਨੂੰ ਕੁਝ ਨਹੀਂ ਪਤਾ ਸੀ। ਮੈਂ ਬਸ ਆਪਣੇ ਪਤੀ ਨੂੰ ਕਿਹਾ ਕਿ ਤੁਸੀਂ ਮੈਨੂੰ ਜਿੱਥੇ ਵੀ ਲੈ ਜਾਓਗੇ ਮੈਂ ਚਲੀ ਜਾਵਾਂਗੀ, ਮੈਂ ਤਾਂ ਖੁਸ਼ੀ-ਖੁਸ਼ੀ ਤੁਹਾਡੇ ਨਾਲ ਕਿਤੇ ਵੀ ਚਲੀ ਜਾਵਾਂਗੀ। ਉਸਨੇ ਮੈਨੂੰ ਸਿੰਗਾਪੁਰ ਲੈ ਜਾਣ ਦਾ ਫੈਸਲਾ ਕੀਤਾ। ਕੁਝ ਦਿਨਾਂ ਬਾਅਦ ਮੇਰੇ ਪਤੀ ਨੇ ਸਿੰਗਾਪੁਰ ਦੀਆਂ 2 ਟਿਕਟਾਂ ਲੈ ਕੇ ਮੇਰੇ ਸਾਹਮਣੇ ਰੱਖ ਦਿੱਤੀਆਂ ਅਤੇ ਕਿਹਾ ਕਿ ਤੁਸੀਂ ਜਲਦੀ ਸਮਾਨ ਪੈਕ ਕਰੋ, ਕੱਲ ਦੀ ਫਲਾਈਟ ਹੈ। ਮੈਂ ਲੋੜੀ ਦੀਆਂ ਕੁਝ ਚੀਜ਼ਾਂ ਨੂੰ ਪੈਕ ਕੀਤਾ ਅਤੇ ਅਸੀਂ ਦੋਵੇਂ ਸਿੰਗਾਪੁਰ ਲਈ ਰਵਾਨਾ ਹੋ ਗਏ। ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਕੁਦਰਤ ਦੁਆਰਾ ਬਣਾਈਆਂ ਇਹ ਖੂਬਸੂਰਤ ਚੀਜ਼ਾਂ ਨੂੰ ਦੇਖ ਰਹੀ ਸੀ। ਮੇਰਾ ਪਤੀ ਮੈਨੂੰ ਇੱਕ ਬਹੁਤ ਹੀ ਚੰਗੀ ਜਗ੍ਹਾ ਲੈ ਗਿਆ। ਅਸੀਂ ਚੰਗੇ ਹੋਟਲਾਂ ਵਿੱਚ ਖਾਣਾ ਖਾਧਾ। ਉਸ ਦਿਨ ਮੈਨੂੰ ਪਤਾ ਲੱਗਾ ਕਿ ਜ਼ਿੰਦਗੀ ਦੀ ਖੁਸ਼ੀ ਰੱਬ ਵੱਲੋਂ ਦਿੱਤੀ ਇਸ ਖੂਬਸੂਰਤ ਦੁਨੀਆ ਨੂੰ ਵੇਖਣ ਵਿੱਚ ਹੈ। ਮੈਂ ਆਪਣੇ ਪੁਰਾਣੇ ਘਰ ਤੋਂ ਇਲਾਵਾ ਕੁਝ ਨਹੀਂ ਦੇਖਿਆ ਸੀ। ਮੇਰੇ ਪਤੀ ਮੈਨੂੰ ਸਿੰਗਾਪੁਰ ਵੱਡੇ ਸ਼ਾਪਿੰਗ ਮਾਲਾਂ ਵਿੱਚ ਖਰੀਦਦਾਰੀ ਕਰਨ ਲਈ ਲੈ ਗਏ ਅਤੇ ਕਿਹਾ ਕਿ ਜੋ ਵੀ ਤੁਹਾਨੂੰ ਚੰਗਾ ਲੱਗਦਾ ਹੈ ਤੁਸੀਂ ਆਪਣੇ ਲਈ ਇੱਥੋਂ ਖਰੀਦ ਸਕਦੇ ਹੋ, ਪਰ ਸਭ ਤੋਂ ਪਹਿਲਾਂ ਮੈਂ ਆਪਣੇ ਪਰਿਵਾਰ ਲਈ ਖਰੀਦਣਾ ਚਾਹੁੰਦੀ ਸੀ ਕਿਉਂਕਿ ਮੈਂ ਆਪਣੀ ਸੱਸ ਦੇ ਦਿਲ ਵਿੱਚ ਆਪਣੇ ਲਈ ਜਗ੍ਹਾ ਬਣਾਉਣਾ ਚਾਹੁੰਦੀ ਸੀ ਅਤੇ ਮੈਨੂੰ ਉਹਨਾਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਸੀ। ਇਸ ਲਈ ਜਦੋਂ ਵੀ ਮੈਂ ਕੋਈ ਚੰਗੀ ਚੀਜ਼ ਦੇਖਦੀ ਸੀ ਮੈਨੂੰ ਆਪਣੀ ਸੱਸ
ਅਤੇ ਸਹੁਰਾ ਯਾਦ ਆਉਂਦੇ ਸਨ ਕਿ ਇਹ ਚੀਜ਼ ਉਹਨਾਂ ਲਈ ਹੀ ਖਰੀਦ ਲਵਾਂ। ਮੈਂ ਆਪਣੇ ਲਈ ਬਹੁਤ ਘੱਟ ਚੀਜ਼ਾਂ ਖਰੀਦੀਆਂ। ਅਸੀਂ ਲਗਭਗ 8 ਦਿਨ ਸਿੰਗਾਪੁਰ ਵਿੱਚ ਬਿਤਾਉਣ ਤੋਂ ਬਾਅਦ ਵਾਪਸ ਆ ਗਏ। ਘਰ ਆ ਕੇ ਜਦੋਂ ਮੈਂ ਆਪਣੇ ਸਹੁਰਿਆਂ ਲਈ ਖਰੀਦੀਆਂ ਚੀਜ਼ਾਂ ਉਹਨਾਂ ਨੂੰ ਦਿੱਤੀਆਂ ਤਾਂ ਉਹ ਬਹੁਤ ਖੁਸ਼ ਹੋਏ। ਸਿੰਗਾਪੁਰ ਤੋਂ ਵਾਪਸ ਆ ਕੇ ਮੇਰੀ ਸੱਸ ਨੇ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਪਾ ਦਿੱਤੀ ਸੀ, ਜਿਸ ਨੂੰ ਮੈਂ ਖੁਸ਼ੀ-ਖੁਸ਼ੀ ਸਵੀਕਾਰ ਕਰ ਲਿਆ। ਮੈਨੂੰ ਘਰ ਦਾ ਕੰਮ ਬਿਲਕੁਲ ਵੀ ਔਖਾ ਨਹੀਂ ਲੱਗਦਾ ਕਿਉਂਕਿ ਮੈਨੂੰ ਬਚਪਨ ਤੋਂ ਹੀ ਘਰੇਲੂ ਕੰਮ ਕਰਨ ਦੀ ਆਦਤ ਸੀ। ਇਸ ਲਈ ਮੇਰੇ ਲਈ ਇਹ ਬਹੁਤ ਮਾਮੂਲੀ ਗੱਲ ਸੀ। ਖਾਣਾ ਪਕਾਉਣ ਤੋਂ ਬਾਅਦ ਮੈਂ ਸਾਰਾ ਘਰ ਖੁਦ ਸਾਫ਼ ਕਰਦੀ ਸੀ। ਸਾਡੇ ਘਰ ਇੱਕ ਨੌਕਰਾਣੀ ਸੀ, ਪਰ ਮੈਨੂੰ ਇੰਨੇ ਸੋਹਣੇ ਘਰ ਦੀ ਸਫਾਈ ਕਰਨਾ ਬਹੁਤ ਪਸੰਦ ਸੀ। ਮੈਂ ਆਪਣੇ ਛੋਟੇ ਜਿਹੇ ਘਰ ਨੂੰ ਸਾਫ਼ ਸੁਥਰਾ ਰੱਖਦੀ ਸੀ, ਪਰ ਹੁਣ ਇਹ ਬਹੁਤ ਸੁੰਦਰ ਮਹਿਲ ਸੀ ਤਾਂ ਮੈਂ ਇਸ ਨੂੰ ਸਾਫ਼ ਕਿਉਂ ਨਹੀਂ ਕਰਦੀ। ਮੇਰੀ ਸੱਸ ਮੈਨੂੰ ਕਹਿੰਦੀ ਸੀ ਕਿ ਮੈਂ ਸਫਾਈ ਕਰਨ ਲਈ ਇੱਕ ਨੌਕਰਾਣੀ ਰੱਖੀ ਹੋਈ ਹੈ, ਤੁਸੀਂ ਸਿਰਫ ਖਾਣਾ ਬਣਾ ਦਿਆ ਕਰੋ। ਪਰ ਮੈਨੂੰ ਘਰ ਦੀ ਸਫਾਈ ਖੁਦ ਕਰਨੀ ਪਸੰਦ ਸੀ, ਇਸ ਲਈ ਮੈਂ ਕਦੇ ਕਤਾਈ ਕਰ ਲੈਂਦੀ ਸੀ। ਸਾਰਾ ਦਿਨ ਕੰਮ ਵਿੱਚ ਰੁੱਝੇ ਰਹਿਣ ਤੋਂ ਬਾਅਦ ਜਦੋਂ ਮੈਂ ਕਮਰੇ ਵਿੱਚ ਜਾਂਦੀ ਤਾਂ ਮੇਰੇ ਪਤੀ ਅਕਸਰ ਮੈਨੂੰ ਸ਼ਿਕਾਇਤ ਕਰਦੇ ਕਿ ਜਦੋਂ ਤੁਸੀਂ ਘਰ ਦੀ ਜ਼ਿੰਮੇਵਾਰੀ ਸੰਭਾਲੀ ਹੈ ਤੁਸੀਂ ਮੈਨੂੰ ਬਹੁਤ ਘੱਟ ਸਮਾਂ ਦਿੰਦੇ ਹੋ। ਅਸਲ ਵਿੱਚ ਉਹ ਸਹੀ ਵੀ ਸੀ। ਮੈਂ ਖੁਦ ਉਹਨਾਂ ਲੋਕਾਂ ਨਾਲ ਬਹੁਤਾ ਮੇਲ ਜੋੜ ਨਹੀਂ ਕਰ ਸਕਦੀ ਸੀ ਕਿਉਂਕਿ ਉਹ ਪੜ੍ਹੇ ਲਿਖੇ ਲੋਕ ਸਨ। ਇਸ ਲਈ ਕੋਸ਼ਿਸ਼ ਕਰਨ ਦੇ ਬਾਵਜੂਦ ਮੈਂ ਉਹਨਾਂ ਲੋਕਾਂ ਨਾਲ ਜ਼ਿਆਦਾ ਗੱਲ ਨਹੀਂ ਕਰ ਸਕਦੀ ਸੀ, ਭਾਵੇਂ ਉਹ ਮੇਰਾ ਪਤੀ ਹੀ ਕਿਉਂ ਨਾ ਹੋਵੇ। ਮੈਂ ਆਪਣੇ ਪੇਕੇ ਘਰ ਵਿੱਚ ਹਮੇਸ਼ਾ ਇਕੱਲੀ ਰਹਿੰਦੀ ਸੀ। ਮੇਰੀ ਮਤਰੇਈ ਮਾਂ ਵੀ ਮੇਰੇ ਵਿਆਹ ਤੋਂ 4 ਸਾਲ ਪਹਿਲਾਂ ਹੀ ਆਈ ਸੀ। ਮੈਨੂੰ ਲੋਕਾਂ ਵਿੱਚ ਰਹਿਣ ਦੀ ਬਹੁਤ ਘੱਟ ਆਦਤ ਸੀ। ਇਕੱਲੇ ਰਹਿ ਕੇ ਮੈਂ ਇਕੱਲਾਪਣ ਦਾ ਸ਼ਿਕਾਰ ਹੋ ਗਈ ਸੀ। ਇਸ ਲਈ ਮੈਨੂੰ ਕਿਸੇ ਨਾਲ ਗੱਲ ਕਰਨ ਦੀ ਆਦਤ ਨਹੀਂ ਸੀ ਅਤੇ ਇਸੇ ਲਈ ਮੈਂ ਆਪਣੇ ਆਪ ਨੂੰ ਘਰ ਦੇ ਕੰਮਾਂ ਵਿੱਚ ਬਿਜ਼ੀ ਰੱਖਦੀ ਸੀ ਤਾਂ ਜੋ ਮੈਨੂੰ ਕਿਸੇ ਨਾਲ ਗੱਲ ਨਾ ਕਰਨੀ ਪਵੇ। ਮੇਰਾ ਪਤੀ ਮੈਨੂੰ ਸ਼ਿਕਾਇਤ ਕਰਦਾ ਰਿਹਾ, ਪਰ ਮੇਰੀ ਸੱਸ ਮੇਰੇ ਨਾਲ ਬਹੁਤ ਖੁਸ਼ ਸੀ ਕਿਉਂਕਿ ਉਸ ਨੂੰ ਮੇਰਾ ਇਸ ਤਰ੍ਹਾਂ ਘਰ ਸੰਭਾਲਣਾ ਪਸੰਦ ਸੀ। ਉਹ ਅਕਸਰ ਮੈਨੂੰ ਕਹਿੰਦੀ ਸੀ ਕਿ ਮੈਨੂੰ ਆਪਣੀ ਨੂੰਹ ਦੇ ਰੂਪ ਵਿੱਚ ਇੱਕ ਧੀ ਮਿਲੀ ਹੈ ਕਿਉਂਕਿ ਕੰਮ ਤੋਂ ਬਾਅਦ ਮੈਂ ਆਪਣੀ ਸੱਸ ਦੇ ਪੈਰ ਦਬਾਉਂਦੀ ਸੀ ਕਿਉਂਕਿ ਮੈਂ ਆਪਣੀ ਸੱਸ ਦੀ ਬਹੁਤ ਸ਼ੁਕਰਗੁਜ਼ਾਰ ਸੀ ਕਿ ਉਸਨੇ ਮੈਨੂੰ ਆਪਣੇ ਪੁੱਤਰ ਲਈ ਪਸੰਦ ਕੀਤਾ ਸੀ ਅਤੇ ਹੁਣ ਮੈਂ ਇਸ ਘਰ ਵਿੱਚ ਬਹੁਤ ਸੁਖੀ ਜੀਵਨ ਬਤੀਤ ਕਰ ਰਹੀ ਸੀ। ਇਹ ਸਭ ਉਸ ਦੇ ਕਾਰਨ ਹੀ ਹੋਇਆ ਸੀ, ਇਸ ਲਈ ਮੈਂ ਉਹਨਾਂ ਨੂੰ ਵੱਧ ਤੋਂ ਵੱਧ ਖੁਸ਼ ਰੱਖਣਾ ਚਾਹੁੰਦੀ ਸੀ। ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਬੈਠੀ ਆਪਣੇ ਪਤੀ ਨਾਲ ਗੱਲਾਂ ਕਰ ਰਹੀ ਸੀ ਕਿ ਅਚਾਨਕ ਮੈਨੂੰ ਆਪਣੀ ਸੱਸ ਦੇ ਚੀਕਣ ਦੀ ਆਵਾਜ਼ ਸੁਣਾਈ ਦਿੱਤੀ। ਉਹ ਮੇਰੇ ਪਤੀ ਨੂੰ ਬੁਲਾ ਰਹੀ ਸੀ। ਉਸ ਦੀ ਇਸ ਤਰ੍ਹਾਂ ਆਵਾਜ਼ ਸੁਣ ਕੇ ਅਸੀਂ ਬਹੁਤ ਡਰ ਗਏ ਅਤੇ ਜਦੋਂ ਅਸੀਂ ਭੱਜ ਕੇ ਹੇਠਾਂ ਆਏ ਤਾਂ ਸਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਉੱਥੇ ਮੇਰਾ ਸਹੁਰਾ ਜ਼ਮੀਨ ਤੇ ਪਿਆ ਸੀ ਅਤੇ ਮੇਰੀ ਸੱਸ ਉਸ ਦੇ ਕੋਲ ਬੈਠੀ ਹੋਈ ਰੋ ਰਹੀ ਸੀ। ਮੇਰੇ ਪਤੀ ਨੇ ਆਪਣੇ ਪਿਤਾ ਨੂੰ ਚੁੱਕ ਕੇ ਕਾਰ ਵਿੱਚ ਬਿਠਾਇਆ ਅਤੇ ਜਲਦੀ ਨਾਲ ਹਸਪਤਾਲ ਲੈ ਗਏ। ਹਸਪਤਾਲ ਲਿਜਾਣ ਤੋਂ ਬਾਅਦ ਪਤਾ ਲੱਗਾ ਕਿ ਮੇਰੇ ਸਹੁਰੇ ਨੂੰ ਅਧਰੰਗ ਦਾ ਦੌਰਾ ਪਿਆ। ਇਹ ਖਬਰ ਸੁਣਦੇ ਹੀ ਮੇਰੀ ਸੱਸ ਹੋਰ ਵੀ ਰੋਣ ਲੱਗ ਪਈ। ਮੈਂ ਆਪਣੀ ਸੱਸ ਨੂੰ ਦਿਲਾਸਾ ਦਿੱਤਾ ਅਤੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹ ਖਬਰ ਉਸ ਲਈ ਬਹੁਤ ਬੁਰੀ ਸੀ। ਕੁਝ ਦਿਨ ਹਸਪਤਾਲ ਵਿੱਚ ਬਿਤਾਉਣ ਤੋਂ ਬਾਅਦ ਮੇਰੇ ਪਤੀ ਆਪਣੇ ਪਿਤਾ ਨੂੰ ਘਰ ਲੈ ਆਏ। ਇਸ ਤੋਂ ਬਾਅਦ ਘਰ ਦੇ ਸਾਰੇ ਲੋਕ ਉਹਨਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨ ਲੱਗੇ। ਮੇਰੀ ਸੱਸ ਆਪਣਾ ਸਾਰਾ ਸਮਾਂ ਉਹਨਾਂ ਨਾਲ ਗੁਜ਼ਾਰਦੀ ਸੀ, ਉਹਨਾਂ ਦੇ ਖਾਣ ਪੀਣ ਦਾ ਧਿਆਨ ਰੱਖਦੀ ਸੀ। ਉਹ ਉਹਨਾਂ ਨੂੰ ਦਵਾਈਆਂ ਆਪਣੇ ਹੱਥਾਂ ਨਾਲ ਖਵਾਉਂਦੀ ਸੀ, ਜਦੋਂ ਕਿ ਮੈਂ ਵੀ ਆਪਣੀ ਸੱਸ ਅਤੇ ਸਹੁਰੇ ਦੀ ਚੰਗੀ ਤਰ੍ਹਾਂ ਸੇਵਾ ਕਰਦੀ ਸੀ। ਲੋਕ ਮੇਰੇ ਸਹੁਰੇ ਨੂੰ ਮਿਲਣ ਆਉਂਦੇ ਰਹਿੰਦੇ ਸਨ। ਇੱਕ ਦਿਨ ਇੱਕ ਔਰਤ ਨੇ ਆ ਕੇ ਕਿਹਾ, ਤੇਰੀ ਨੂੰਹ ਬਹੁਤ ਮਨਹੂਸ ਹੈ। ਉਸ ਦੇ ਇਸ ਘਰ ਵਿੱਚ ਆਉਣ ਤੋਂ ਬਾਅਦ ਤੁਹਾਡੇ ਪਤੀ ਦੀ ਹਾਲਤ ਇਸ ਤਰ੍ਹਾਂ ਦੀ ਹੋ ਗਈ ਹੈ। ਮੇਰੇ ਕਦਮ ਬਾਹਰ ਹੀ ਰੁਕ ਗਏ ਸਨ। ਮੈਂ ਉਹਨਾਂ ਲਈ ਚਾਹ ਲਿਆ ਰਹੀ ਸੀ, ਪਰ ਸੱਸ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਰਹਿ ਗਈ। ਉਹਨਾਂ ਨੇ ਕਿਹਾ, ਅਸੀਂ ਆਪਣੀ ਕਿਸਮਤ ਲਈ ਕਿਸੇ ਹੋਰ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਮੇਰੀ ਸੱਸ ਨੇ ਉਸ ਔਰਤ ਨੂੰ ਦੱਸਿਆ ਕਿ ਮੇਰੀ ਨੂੰਹ ਤਾਂ ਬਹੁਤ ਚੰਗੀ ਹੈ। ਇਸ ਘਰ ਵਿੱਚ ਆਉਂਦਿਆਂ ਹੀ ਉਸਨੇ ਘਰ ਦੀ ਸਾਰੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਸੰਭਾਲ ਲਈ। ਮੈਨੂੰ ਆਪਣੀ ਧੀ ਦੀ ਅਣਹੋਂਦ ਦਾ ਅਹਿਸਾਸ ਵੀ ਨਹੀਂ ਹੁੰਦਾ। ਇਹ ਮੇਰੀ ਨੂੰਹ ਨਹੀਂ, ਸਗੋਂ ਮੇਰੀ ਧੀ ਹੈ। ਮੈਂ ਉਸ ਬਾਰੇ ਮਾੜੇ ਸ਼ਬਦ ਨਹੀਂ ਸੁਣਨਾ ਚਾਹੁੰਦੀ। ਉਸ ਸਮੇਂ ਮੈਂ ਆਪਣੀ ਸੱਸ ਨੂੰ ਆਪਣੀ ਮਾਂ ਦੇ ਰੂਪ ਵਿੱਚ ਦੇਖ ਸਕਦੀ ਸੀ ਕਿਉਂਕਿ ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਅਜਿਹੀ ਸੱਸ ਨਹੀਂ ਦੇਖੀ ਸੀ ਜੋ ਆਪਣੀ ਨੂੰਹ ਦੀ ਇਸ ਤਰ੍ਹਾਂ ਤਾਰੀਫ ਕਰਦੀ ਹੋਵੇ ਅਤੇ ਉਸ ਦੀ ਤਰਫੋਂ ਬੋਲਦੀ ਹੋਵੇ।
ਮੈਂ ਮਹਿਸੂਸ ਕੀਤਾ ਸੀ ਕਿ ਇਹ ਸੱਸ ਨਹੀਂ ਮੇਰੀ ਮਾਂ ਸੀ। ਉਸ ਦਿਨ ਤੋਂ ਬਾਅਦ ਮੈਂ ਆਪਣੀ ਸੱਸ ਨੂੰ ਹੋਰ ਵੀ ਪਸੰਦ ਕਰਨ ਲੱਗੀ। ਮੇਰੀ ਸੱਸ ਦਿਨ ਰਾਤ ਆਪਣੇ ਪਤੀ ਦੀ ਸੇਵਾ ਕਰਦੀ ਸੀ, ਇਸ ਲਈ ਮੈਂ ਰਾਤ ਨੂੰ ਜਾ ਕੇ ਆਪਣੀ ਸੱਸ ਦੇ ਪੈਰ ਦਬਾਉਂਦੀ ਸੀ। ਇੱਕ ਦਿਨ ਜਦੋਂ ਮੈਂ ਉਸ ਦੇ ਪੈਰ ਦਬਾ ਰਹੀ ਸੀ ਤਾਂ ਕਾਫੀ ਦੇਰ ਬਾਅਦ ਮੇਰੀ ਸੱਸ ਨੇ ਕਿਹਾ ਕਿ ਬੇਟਾ ਤੁਸੀਂ ਵੀ ਹੁਣ ਸੌ ਜਾਓ, ਤੁਸੀਂ ਸਾਰਾ ਦਿਨ ਘਰ ਸੰਭਾਲਦੇ ਹੋ, ਮਹਿਮਾਨਾਂ ਨੂੰ ਦੇਖਦੇ ਹੋ ਤੇ ਰਾਤ ਨੂੰ ਮੇਰੇ ਪੈਰ ਦਬਾਉਂਦੇ ਹੋ, ਫਿਰ ਤੁਸੀਂ ਵੀ ਥੱਕ ਗਏ ਹੋਵੋਗੇ, ਸੌ ਜਾਓ। ਮੈਂ ਆਪਣੀ ਸੱਸ ਨੂੰ ਕਿਹਾ ਕਿ ਮੈਂ ਕਦੇ ਵੀ ਆਪਣੀ ਮਾਂ ਦੀ ਸੇਵਾ ਨਹੀਂ ਕਰ ਸਕੀ। ਮਾਂ ਦੇ ਪੈਰਾਂ ਵਿੱਚ ਸਵਰਗ ਹੁੰਦਾ ਹੈ, ਮੈਨੂੰ ਤੁਹਾਡੇ ਚਰਨਾਂ ਵਿੱਚ ਉਹੀ ਸਵਰਗ ਦਿਸਦਾ ਹੈ। ਮੈਨੂੰ ਆਪਣੇ ਸਵਰਗ ਤੋਂ ਦੂਰ ਨਾ ਕਰੋ, ਮੈਨੂੰ ਤੁਹਾਡੀ ਸੇਵਾ ਕਰਨ ਦਿਓ। ਮੇਰੀ ਸੱਸ ਨੇ ਮੇਰੇ ਸਿਰ ਤੇ ਹੱਥ ਰੱਖਿਆ ਅਤੇ ਮੈਨੂੰ ਬਹੁਤ ਅਸੀਸਾਂ ਦਿੱਤੀਆਂ। ਕੁਝ ਦਿਨਾਂ ਬਾਅਦ ਜਦੋਂ ਮੇਰੇ ਸਹੁਰੇ ਦੀ ਤਬੀਅਤ ਸੁਧਰ ਗਈ ਤਾਂ ਸਾਰਿਆਂ ਨੇ ਰਾਹਤ ਮਹਿਸੂਸ ਕੀਤੀ ਅਤੇ ਹੁਣ ਉਹ ਥੋੜਾ ਥੋੜਾ ਬੋਲਣ ਵੀ ਲੱਗੇ ਸਨ, ਕਿਉਂਕਿ ਪਹਿਲਾਂ ਤਾਂ ਉਹਨਾਂ ਨੇ ਬੋਲਣਾ ਵੀ ਬੰਦ ਕਰ ਦਿੱਤਾ ਸੀ ਅਤੇ ਮੰਜੇ ਤੋਂ ਉੱਠ ਵੀ ਨਹੀਂ ਸਕਦੇ। ਮੇਰੇ ਪਤੀ ਕਦੇ ਕਤਾਈ ਉਹਨਾਂ ਨੂੰ ਵੀਲਚੇਅਰ ਤੇ ਕਮਰੇ ਤੋਂ ਬਾਹਰ ਲੈ ਜਾਂਦੇ ਸਨ, ਜਿਸ ਕਾਰਨ ਮੇਰੇ ਸਹੁਰੇ ਦੀ ਸਿਹਤ 'ਚ ਸੁਧਾਰ ਹੋਣ ਲੱਗਾ ਅਤੇ ਉਹ ਹਲਕਾ ਮਹਿਸੂਸ ਕਰਨ ਲੱਗੇ। ਮੇਰੇ ਸਹੁਰੇ ਦੀ ਬਿਮਾਰੀ ਤੋਂ ਬਾਅਦ ਹੁਣ ਸਾਰੇ ਕਾਰੋਬਾਰ ਦੀ ਜ਼ਿੰਮੇਵਾਰੀ ਮੇਰੇ ਪਤੀ ਦੇ ਆ ਗਈ। ਉਹ ਕਾਫੀ ਵਿਅਸਤ ਹੋ ਗਏ ਸਨ। ਉਹ ਅਕਸਰ ਮੈਨੂੰ ਕਿਹਾ ਕਰਦੇ ਸਨ ਕਿ ਪਿਤਾ ਜੀ ਨੇ ਕਦੇ ਵੀ ਮੇਰੇ ਤੇ ਕੋਈ ਜ਼ਿੰਮੇਵਾਰੀ ਨਹੀਂ ਪਾਈ ਸੀ, ਉਹ ਸਭ ਕੁਝ ਆਪ ਹੀ ਸੰਭਾਲਦੇ ਸਨ। ਉਹਨਾਂ ਨੇ ਸਾਨੂੰ ਬੜੇ ਪਿਆਰ ਨਾਲ ਪਾਲਿਆ ਹੈ। ਜਦੋਂ ਮੇਰੇ ਪਿਤਾ ਜੀ ਬਿਮਾਰ ਹੋ ਗਏ ਤਾਂ ਮੇਰੇ ਪਤੀ ਨੇ ਸਾਰੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ, ਕਿਉਂਕਿ ਮੇਰੇ ਦਿਓਰ ਅਜੇ ਬਹੁਤ ਛੋਟੇ ਸਨ ਅਤੇ ਅਜੇ ਪੜ੍ਹ ਰਹੇ ਸਨ। ਇੱਕ ਦਿਨ ਜਦੋਂ ਮੇਰਾ ਪਤੀ ਸਵੇਰੇ ਦੇਰ ਤੱਕ ਸੌਂਦਾ ਰਿਹਾ ਤਾਂ ਮੈਨੂੰ ਚਿੰਤਾ ਹੋਣ ਲੱਗੀ, ਕਿਉਂਕਿ ਮੇਰੇ ਪਤੀ ਨੂੰ ਸਵੇਰੇ ਜਲਦੀ ਉੱਠਣ ਦੀ ਆਦਤ ਸੀ। ਜਦੋਂ ਮੈਂ ਨਾਸ਼ਤਾ ਤਿਆਰ ਕੀਤਾ ਅਤੇ ਕਮਰੇ ਵਿੱਚ ਆਈ ਤਾਂ ਮੇਰਾ ਪਤੀ ਅਜੇ ਵੀ ਸੌਂ ਰਿਹਾ ਸੀ। ਮੈਂ ਉਸ ਨੂੰ ਜਗਾਉਣ ਲਈ ਉਸ ਦੇ ਨੇੜੇ ਗਈ ਤਾਂ ਉਸ ਨੂੰ ਬੁਲਾਇਆ, ਪਰ ਉਸ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ। ਜਦੋਂ ਮੈਂ ਉਸ ਨੂੰ ਹਿਲਾ ਕੇ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਪਤੀ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ। ਮੇਰੀ ਬੇਚੈਨੀ ਹੋਰ ਵੀ ਵੱਧ ਗਈ ਸੀ। ਮੈਂ ਝੱਟ ਭੱਜ ਕੇ ਆਪਣੀ ਸੱਸ ਕੋਲ ਗਈ ਤੇ ਕਿਹਾ ਕਿ ਪਤਾ ਨਹੀਂ ਸਮੀਰ ਨੂੰ ਕੀ ਹੋ ਗਿਆ ਹੈ, ਉਹ ਨੀਂਦ ਤੋਂ ਜਾਗ ਨਹੀਂ ਰਿਹਾ। ਇੰਜ ਲੱਗ ਰਿਹਾ ਸੀ ਜਿਵੇਂ ਮੇਰੀ ਸੱਸ ਦੀ ਜਾਨ ਨਿਕਲ ਗਈ ਹੋਵੇ। ਉਹ ਨੰਗੇ ਪੈਰੀ ਮੇਰੇ ਨਾਲ ਕਮਰੇ ਵੱਲ ਭੱਜੀ। ਉਸ ਨੇ ਸਮੀਰ ਨੂੰ ਕਈ ਆਵਾਜ਼ਾਂ ਦਿੱਤੀਆਂ, ਉਹਨਾਂ ਉੱਤੇ ਪਾਣੀ ਦੇ ਛਿੱਟੇ ਵੀ ਮਾਰੇ, ਪਰ ਮੇਰੇ ਪਤੀ ਨੂੰ ਹੋਸ਼ ਨਹੀਂ ਆਇਆ। ਉਸ ਨੇ ਆਪਣੇ ਛੋਟੇ ਬੇਟੇ ਨੂੰ ਮੇਰੇ ਪਤੀ ਨੂੰ ਹਸਪਤਾਲ ਲੈ ਜਾਣ ਲਈ ਕਿਹਾ ਅਤੇ ਮੈਂ ਵੀ ਉਸ ਦੇ ਨਾਲ ਹਸਪਤਾਲ ਚਲੀ ਗਈ। ਜਦੋਂ ਡਾਕਟਰ ਨੇ ਮੇਰੇ ਪਤੀ ਨੂੰ ਚੈੱਕ ਕਰਦੇ ਹੋਏ ਇਹ ਖਬਰ ਦੱਸੀ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਡਾਕਟਰ ਨੇ ਦੱਸਿਆ ਕਿ ਉਸ ਨੂੰ ਬਲੱਡ ਕੈਂਸਰ ਹੈ। ਮੇਰੀ ਵਿਚਾਰੀ ਸੱਸ ਆਪਣੇ ਪੁੱਤਰ ਦੀ ਗੰਭੀਰ ਬਿਮਾਰੀ ਬਾਰੇ ਸੁਣ ਕੇ ਜ਼ਮੀਨ ਤੇ ਡਿੱਗ ਪਈ ਅਤੇ ਉੱਚੀ ਉੱਚੀ ਰੋ ਰਹੀ ਸੀ ਅਤੇ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ। ਮੈਂ ਆਪਣੀ ਪੂਰੀ ਦੁਨੀਆ ਨੂੰ ਤਬਾਹ ਹੁੰਦਾ ਦੇਖ ਰਹੀ ਸੀ। ਖੁਸ਼ੀਆਂ ਮੇਰੀ ਜ਼ਿੰਦਗੀ ਵਿੱਚ ਹੁਣੇ ਆਈਆਂ ਸਨ ਅਤੇ ਜਲਦੀ ਹੀ ਉਹ ਮੇਰੇ ਤੋਂ ਸਾਰੀਆਂ ਖੁਸ਼ੀਆਂ ਖੋਹਣ ਵਾਲੀਆਂ ਸਨ। ਮੈਂ ਇਸ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕਰ ਸਕਦੀ ਸੀ। ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਅਤੇ ਅਚਾਨਕ ਮੇਰੀ ਸੱਸ ਮੇਰੇ ਕੋਲ ਆਈ ਅਤੇ ਮੈਨੂੰ ਹੱਥ ਫੜ ਕੇ ਉਸ ਕਮਰੇ ਵਿੱਚੋਂ ਬਾਹਰ ਲੈ ਗਈ ਜਿਸ ਕਮਰੇ ਵਿੱਚ ਮੇਰਾ ਪਤੀ ਸੀ। ਮੇਰੀ ਸੱਸ ਮੈਨੂੰ ਦੇਖ ਕੇ ਚੀਕ ਰਹੀ ਸੀ ਤੇ ਮੈਨੂੰ ਕਹਿਣ ਲੱਗੀ ਕਿ ਤੂੰ ਸੱਚਮੁੱਚ ਮਨਹੂਸ ਹੈ, ਇਹ ਸਭ ਤੇਰੇ ਮਨਹੂਸ ਕਰਕੇ ਹੀ ਹੋ ਰਿਹਾ ਹੈ ਕਿ ਮੇਰੇ ਘਰ ਦੀਆਂ ਖੁਸ਼ੀਆਂ ਸਾਡੀ ਜ਼ਿੰਦਗੀ ਤੋਂ ਦੂਰ ਜਾ ਰਹੀਆਂ ਹਨ। ਮੇਰੇ ਪੁੱਤਰ ਦੀ ਜ਼ਿੰਦਗੀ ਵਿੱਚ ਵਾਪਸ ਆਉਣ ਬਾਰੇ ਸੋਚਣਾ ਵੀ ਨਹੀਂ। ਮੈਂ ਆਪਣੀ ਸੱਸ ਦੀਆਂ ਮਿੰਨਤਾਂ ਕਰਨ ਲੱਗੀ। ਮੈਂ ਕਿਹਾ ਇਸ ਵਿੱਚ ਮੇਰਾ ਕੀ ਕਸੂਰ ਹੈ, ਪਰ ਮੇਰੀ ਸੱਸ ਮੇਰੀ ਇੱਕ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਉਸਨੇ ਆਪਣੇ 2 ਪੁੱਤਰਾਂ ਨੂੰ ਕਿਹਾ ਕਿ ਉਹ ਉਸੇ ਪਲ ਮੈਨੂੰ ਹਸਪਤਾਲ ਤੋਂ ਬਾਹਰ ਧੱਕਾ ਦੇ ਕੇ ਬਾਹਰ ਕੱਢ ਦੇਣ ਅਤੇ ਇਹ ਵੀ ਨਹੀਂ ਸੋਚਿਆ ਕਿ ਮੈਂ ਵੀ ਆਪਣੇ ਪਤੀ ਦੀ ਬਿਮਾਰੀ ਤੋਂ ਦੁਖੀ ਹਾਂ। ਜਦੋਂ ਮੈਂ ਰੋਂਦੀ ਹੋਈ ਆਪਣੇ ਮਾਤਾ ਪਿਤਾ ਦੇ ਘਰ ਆਈ ਤਾਂ ਮੇਰੀ ਮਤਰੇਈ ਮਾਂ ਮੈਨੂੰ ਦੇਖ ਕੇ ਘਬਰਾ ਗਈ ਅਤੇ ਪੁੱਛਿਆ ਕਿ ਤੂੰ ਇੱਥੇ ਕਿਉਂ ਆਈ ਹੈ। ਤੇਰੀ ਸੱਸ ਨੇ ਮੈਨੂੰ ਕਿਹਾ ਸੀ ਕਿ ਤੂੰ ਕਦੇ ਮਾਂ ਦੇ ਘਰ ਨਹੀਂ ਆਵੇਗੀ, ਤਾਂ ਤੁਸੀਂ ਇੱਥੇ ਕੀ ਕਰ ਰਹੇ ਹੋ। ਮੇਰੀ ਮਤਰੇਈ ਮਾਂ ਮੈਨੂੰ ਕਹਿਣ ਲੱਗੀ ਕਿ ਜੇ ਤੂੰ ਥੋੜੀ ਦੇਰ ਲਈ ਆਈ ਹੈ ਤਾਂ ਠੀਕ ਹੈ, ਜੇ ਤੁਸੀਂ ਰਹਿਣ ਲਈ ਆਏ ਹੋ ਤਾਂ ਹੁਣੇ ਇੱਥੋਂ ਚਲੇ ਜਾਓ, ਕਿਉਂਕਿ ਤੁਹਾਡੀ ਹਾਲਤ ਅਤੇ ਤੁਹਾਨੂੰ ਦੇਖ ਕੇ ਲੱਗਦਾ ਹੈ ਤੁਹਾਨੂੰ ਉਸ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਤੇਰੇ ਪਿਓ ਦੀਆਂ ਦਵਾਈਆਂ ਤੇ ਬਹੁਤ ਖਰਚ ਹੋ ਗਿਆ ਹੈ। ਹੁਣ ਮੇਰੇ ਕੋਲ ਤੁਹਾਨੂੰ ਖਵਾਉਣ ਲਈ ਪੈਸੇ ਨਹੀਂ ਹਨ। ਮੈਂ ਆਪਣੀ ਦੁੱਖ ਭਰੀ ਕਹਾਣੀ ਅਜੇ ਤੱਕ ਮਾਂ ਨੂੰ ਨਹੀਂ ਦੱਸੀ ਸੀ ਕਿ ਉਹ ਪਹਿਲਾਂ ਹੀ ਮੈਨੂੰ ਆਪਣੇ ਨਾਲ ਰੱਖਣ ਤੋਂ ਇਨਕਾਰ ਕਰ ਚੁੱਕੀ ਸੀ। ਮੇਰੀ ਮਤਰੇਈ ਮਾਂ ਅਤੇ ਮੇਰੇ 2 ਭਰਾਵਾਂ ਨੇ ਮੈਨੂੰ ਉਸ ਘਰ ਤੋਂ ਧੱਕਾ ਦੇ ਕੇ ਬਾਹਰ ਕੱਢ ਦਿੱਤਾ। ਮੈਂ ਸੜਕ ਤੇ ਡਿੱਗ ਪਈ। ਮੈਂ ਸਾਰੀ ਰਾਤ ਮਾਂ ਦੇ ਦਰਵਾਜ਼ੇ ਤੇ ਰੋਂਦੀ ਰਹੀ, ਪਰ ਮੇਰੀ ਮਤਰੇਈ ਮਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਸਾਰੀ ਰਾਤ ਭੁੱਖੇ ਪਿਆਸੇ ਬਿਤਾਉਣ ਤੋਂ ਬਾਅਦ ਮੈਂ ਸਵੇਰੇ 5 ਵਜੇ ਉਸ ਦਰਵਾਜ਼ੇ ਤੋਂ ਉੱਠੀ। ਮੇਰੇ ਸਰੀਰ ਵਿੱਚ ਬਿਲਕੁਲ ਵੀ ਤਾਕਤ ਨਹੀਂ ਬਚੀ ਸੀ। ਮੇਰੇ ਤੋਂ ਤੁਰਿਆ
ਵੀ ਨਹੀਂ ਜਾ ਰਿਹਾ ਸੀ, ਕਿਉਂਕਿ ਇੱਕ ਤਾਂ ਮੇਰੇ ਪਤੀ ਦੀ ਬਿਮਾਰੀ ਦਾ ਸਦਮਾ ਸੀ ਤੇ ਦੂਜਾ ਘਰੋਂ ਕੱਢੇ ਜਾਣ ਦਾ। ਮੈਨੂੰ ਯਕੀਨ ਸੀ ਕਿ ਮੇਰਾ ਪਤੀ ਮੈਨੂੰ ਜ਼ਰੂਰ ਵਾਪਸ ਬੁਲਾਵੇਗਾ, ਕਿਉਂਕਿ ਉਹ ਮੈਨੂੰ ਬਹੁਤ ਪਿਆਰ ਕਰਦਾ ਸੀ ਅਤੇ ਮੈਂ ਦੁਬਾਰਾ ਆਪਣੇ ਸਹੁਰੇ ਘਰ ਜਾਣ ਲੱਗੀ। ਤੁਰਦੇ ਸਮੇਂ ਅਚਾਨਕ ਮੈਨੂੰ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਮੈਂ ਬੇਹੋਸ਼ ਹੋ ਗਈ। ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਹਸਪਤਾਲ ਵਿੱਚ ਮੌਜੂਦ ਸੀ ਅਤੇ ਇੱਕ ਔਰਤ ਮੇਰੇ ਨਾਲ ਖੜੀ ਸੀ। ਮੈਂ ਉਸ ਔਰਤ ਨੂੰ ਪੁੱਛਿਆ ਕਿ ਮੈਂ ਕਿੱਥੇ ਹਾਂ ਅਤੇ ਮੇਰੇ ਨਾਲ ਕੀ ਹੋਇਆ ਹੈ। ਉਸਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ, ਵਧਾਈ ਹੋਵੇ, ਤੁਸੀਂ ਮਾਂ ਬਣ ਜਾ ਰਹੇ ਹੋ। ਤੁਸੀਂ ਸੜਕ ਤੇ ਬੇਹੋਸ਼ ਪਏ ਹੋਏ ਸੀ ਅਤੇ ਇਸ ਲਈ ਮੈਂ ਤੁਹਾਨੂੰ ਹਸਪਤਾਲ ਲੈ ਆਈ, ਜਿੱਥੇ ਮੈਨੂੰ ਪਤਾ ਲੱਗਾ ਕਿ ਤੁਸੀਂ ਮਾਂ ਬਣਨ ਜਾ ਰਹੇ ਹੋ। ਉਸ ਔਰਤ ਨੇ ਮੈਨੂੰ ਪੁੱਛਿਆ ਕਿ ਤੁਸੀਂ ਕੌਣ ਹੋ, ਤੁਸੀਂ ਕਿੱਥੇ ਰਹਿੰਦੇ ਹੋ, ਮੈਂ ਤੁਹਾਨੂੰ ਤੁਹਾਡੇ ਘਰ ਛੱਡ ਦਿਆਂਗੀ। ਇਹ ਸੁਣਦੇ ਹੀ ਮੇਰੇ ਹੰਝੂ ਵਹਿਣ ਲੱਗੇ। ਮੈਂ ਔਰਤ ਨੂੰ ਕਿਹਾ ਕਿ ਮੇਰਾ ਕੋਈ ਘਰ ਨਹੀਂ ਹੈ, ਮੈਂ ਤੁਹਾਨੂੰ ਕਿਸ ਦੇ ਘਰ ਦਾ ਪਤਾ ਦੇਵਾਂ। ਮੈਨੂੰ ਮੇਰੇ ਪਤੀ ਦੇ ਘਰੋਂ ਇਹ ਕਹਿ ਕੇ ਬਾਹਰ ਕੱਢ ਦਿੱਤਾ ਗਿਆ ਹੈ ਕਿ ਮੈਂ ਮਨਹੂਸ ਹਾਂ ਅਤੇ ਮੇਰੇ ਪਿਤਾ ਦੇ ਘਰੋਂ ਵੀ ਇਹ ਕਹਿ ਕੇ ਮੈਨੂੰ ਬਾਹਰ ਕੱਢ ਦਿੱਤਾ ਗਿਆ ਹੈ ਕਿ ਉਹ ਮੈਨੂੰ ਬਰਦਾਸ਼ਤ ਨਹੀਂ ਕਰ ਸਕਦੇ। ਉਹ ਔਰਤ ਬਹੁਤ ਚੰਗੀ ਅਤੇ ਦਿਆਲੂ ਸੀ, ਇਸ ਲਈ ਉਹ ਮੈਨੂੰ ਆਪਣੇ ਨਾਲ ਆਪਣੇ ਘਰ ਲੈ ਗਈ। ਉਸ ਔਰਤ ਦੇ ਘਰ ਮੇਰਾ ਬਹੁਤ ਵਧੀਆ ਖਿਆਲ ਰੱਖਿਆ ਜਾ ਰਿਹਾ ਸੀ, ਕਿਉਂਕਿ ਮੈਂ ਗਰਭਵਤੀ ਸੀ। ਜਦੋਂ ਮੈਂ ਆਪਣੀ ਸਾਰੀ ਕਹਾਣੀ ਉਸ ਔਰਤ ਨੂੰ ਦੱਸੀ ਤਾਂ ਉਸ ਨੂੰ ਵੀ ਬਹੁਤ ਅਫਸੋਸ ਹੋਇਆ। ਉਹ ਕਹਿਣ ਲੱਗੀ ਕਿ ਤੇਰੇ ਨਾਲ ਬਹੁਤ ਬੁਰਾ ਹੋਇਆ ਹੈ। ਉਸ ਔਰਤ ਨੇ ਮੈਨੂੰ ਆਪਣੇ ਬਾਰੇ ਇਹ ਵੀ ਦੱਸਿਆ ਸੀ ਕਿ ਮੇਰੇ ਪਤੀ ਨੇ ਮੈਨੂੰ ਛੱਡ ਕੇ ਕਿਸੇ ਹੋਰ ਔਰਤ ਨਾਲ ਵਿਆਹ ਕਰ ਲਿਆ ਸੀ ਅਤੇ ਮੈਂ ਇੱਕ ਸੌਤਨ ਨੂੰ ਸਵੀਕਾਰ ਨਹੀਂ ਕਰ ਸਕਦੀ ਸੀ। ਮੈਂ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਸੀ, ਪਰ ਉਸਨੇ ਮੇਰੇ ਨਾਲ ਧੋਖਾ ਕੀਤਾ ਹੈ। ਮੈਂ ਸਭ ਕੁਝ ਬਰਦਾਸ਼ਤ ਕਰ ਸਕਦੀ ਸੀ, ਪਰ ਧੋਖਾ ਨਹੀਂ। ਮੇਰਾ ਪਤੀ ਵੀ ਮੈਨੂੰ ਬਹੁਤ ਪਿਆਰ ਕਰਦਾ ਸੀ। ਉਹ ਚਾਹੁੰਦਾ ਸੀ ਕਿ ਅਸੀਂ ਦੋਵੇਂ ਇੱਕੋ ਘਰ ਵਿੱਚ ਰਹੀਏ, ਪਰ ਮੈਂ ਆਪਣੇ ਨਾਲ ਸੌਤਨ ਬਰਦਾਸ਼ਤ ਨਹੀਂ ਕਰ ਸਕਦੀ ਸੀ। ਮੈਂ ਆਪਣੇ ਪਤੀ ਨੂੰ ਵੱਡੀਆਂ ਹੋਈਆਂ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦੀ ਸੀ, ਇਸ ਲਈ ਮੈਂ ਆਪਣੇ ਪਤੀ ਨੂੰ ਛੱਡ ਦਿੱਤਾ। ਮੈਂ ਹਰ ਰੋਜ਼ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਪਤੀ ਨੂੰ ਕਿਸੇ ਹੋਰ ਦੀਆਂ ਬਾਹਾਂ ਵਿੱਚ ਨਹੀਂ ਦੇਖ ਸਕਦੀ ਸੀ। ਇਸ ਤੋਂ ਚੰਗਾ ਕਿ ਮੈਂ ਉਸ ਤੋਂ ਵੱਖ ਰਹਿਣ ਲੱਗ ਪਈ ਅਤੇ ਹੁਣ ਮੇਰੇ ਪਤੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਹ ਖਬਰ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ, ਕਿਉਂਕਿ ਉਹ ਔਰਤ ਅਜੇ ਜਵਾਨ ਸੀ। ਔਰਤ ਨੇ ਮੈਨੂੰ ਕਿਹਾ ਕਿ ਮੈਂ ਇਸ ਘਰ ਵਿੱਚ ਇਕੱਲੀ ਰਹਿੰਦੀ ਹਾਂ, ਤੁਸੀਂ ਜਿੰਨਾ ਚਿਰ ਚਾਹੋ ਮੇਰੇ ਨਾਲ ਰਹਿ ਸਕਦੇ ਹੋ। ਪਰ ਮੈਂ ਉਸ ਔਰਤ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਨਹੀਂ, ਮੈਂ ਆਪਣੇ ਪਤੀ ਦੇ ਘਰ ਜਾਣਾ ਹੈ। ਉਸ ਸਮੇਂ ਭਾਵੇਂ ਮੇਰੀ ਸੱਸ ਨੇ ਗੁੱਸੇ ਵਿੱਚ ਮੈਨੂੰ ਘਰੋਂ ਕੱਢ ਦਿੱਤਾ ਸੀ, ਪਰ ਮੈਂ ਆਪਣੇ ਘਰ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੀ। ਮੈਨੂੰ ਯਕੀਨ ਹੈ ਕਿ ਮੇਰਾ ਪਤੀ ਮੈਨੂੰ ਦੇਖੇਗਾ ਅਤੇ ਜਦੋਂ ਉਸ ਨੂੰ ਪਤਾ ਲੱਗੇਗਾ ਕਿ ਮੈਂ ਉਸ ਦੇ ਪਰਿਵਾਰ ਦੇ ਵਾਰਿਸ ਨੂੰ ਜਨਮ ਦੇਣ ਵਾਲੀ ਹਾਂ ਤਾਂ ਉਹ ਜ਼ਰੂਰ ਮੈਨੂੰ ਘਰ ਰੱਖੇਗਾ ਅਤੇ ਮੇਰਾ ਪਤੀ ਮੇਰੀ ਸੱਸ ਨੂੰ ਵੀ ਮਨਾ ਲਵੇਗਾ। ਮੇਰਾ ਪਤੀ ਮੈਨੂੰ ਬਹੁਤ ਪਿਆਰ ਕਰਦਾ ਹੈ। ਉਹ ਔਰਤ ਮੈਨੂੰ ਆਪਣੀ ਕਾਰ ਵਿੱਚ ਮੇਰੇ ਸਹੁਰੇ ਘਰ ਲੈ ਗਈ, ਪਰ ਇਹ ਦੇਖ ਕੇ ਮੇਰੇ ਪੈਰਾਂ ਹੇਠ ਜ਼ਮੀਨ ਨਿਕਲ ਗਈ ਕਿ ਉਹਨਾਂ ਦੇ ਘਰ ਨੂੰ ਤਾਲਾ ਲੱਗਾ ਹੋਇਆ ਸੀ ਅਤੇ ਸਾਨੂੰ ਸਥਾਨਕ ਲੋਕਾਂ ਤੋਂ ਪਤਾ ਲੱਗਾ ਕਿ ਉਹ ਸਮੀਰ ਦਾ ਇਲਾਜ ਕਰਵਾਉਣ ਲਈ ਕਿਸੇ ਹੋਰ ਦੇਸ਼ ਚਲੇ ਗਏ ਹਨ ਅਤੇ ਹੁਣ ਕਦੇ ਵਾਪਸ ਨਹੀਂ ਆਉਣਗੇ। ਮੈਂ ਆਪਣੀ ਕਿਸਮਤ ਤੇ ਬਹੁਤ ਰੋ ਰਹੀ ਸੀ। ਮੈਂ ਝਟ ਸੀਮਾ ਦਾ ਫੋਨ ਲਿਆ ਅਤੇ ਆਪਣੇ ਪਤੀ ਦਾ ਨੰਬਰ ਡਾਇਲ ਕੀਤਾ, ਪਰ ਮੇਰੇ ਪਤੀ ਦਾ ਨੰਬਰ ਬੰਦ ਆ ਰਿਹਾ ਸੀ। ਮੈਂ ਵੀ ਅਜੀ ਮੂਰਖ ਸੀ ਕਿ ਮੇਰੇ ਪਤੀ ਦੇ ਨੰਬਰ ਤੋਂ ਇਲਾਵਾ ਮੈਨੂੰ ਆਪਣੀ ਸੱਸ, ਸਹੁਰੇ ਜਾਂ ਦਿਓਰ ਦਾ ਨੰਬਰ ਯਾਦ ਨਹੀਂ ਸੀ। ਮੈਂ ਉੱਥੇ ਬੈਠ ਕੇ ਫੁੱਟ-ਫੁੱਟ ਕੇ ਰੋਣ ਲੱਗ ਪਈ। ਸੀਮਾ ਨੇ ਮੈਨੂੰ ਹੌਸਲਾ ਦਿੰਦਿਆਂ ਕਿਹਾ ਕਿ ਸ਼ਾਇਦ ਇਸ ਤੋਂ ਅੱਗੇ ਇਹ ਰਿਸ਼ਤਾ ਤੇਰੀ ਕਿਸਮਤ ਵਿੱਚ ਨਹੀਂ ਲਿਖਿਆ ਸੀ। ਹੁਣ ਤੁਸੀਂ ਸਬਰ ਤੋਂ ਇਲਾਵਾ ਕੁਝ ਨਹੀਂ ਕਰ ਸਕਦੇ। ਸੀਮਾ ਨੇ ਪੂਰੇ 9 ਮਹੀਨੇ ਮੇਰਾ ਬਹੁਤ ਖਿਆਲ ਰੱਖਿਆ। ਮੈਂ ਆਪਣੀ ਜ਼ਿੰਦਗੀ ਵਿੱਚ ਉਸਦੇ ਇਸ ਅਹਿਸਾਨ ਦਾ ਬਦਲਾ ਕਦੇ ਨਹੀਂ ਚੁਕਾ ਸਕਦੀ। ਜਦੋਂ ਮੇਰਾ ਬੱਚਾ ਪੈਦਾ ਹੋਇਆ ਤਾਂ ਮੈਂ ਬਹੁਤ ਖੁਸ਼ ਸੀ ਕਿ ਹੁਣ ਮੇਰਾ ਪੁੱਤਰ ਇਸ ਦੁਨੀਆ ਵਿੱਚ ਆ ਗਿਆ ਹੈ। ਹੁਣ ਮੈਨੂੰ ਕਿਸੇ ਦੇ ਸਹਾਰੇ ਦੀ ਕੋਈ ਲੋੜ ਨਹੀਂ। ਮੈਂ ਹੁਣ ਇਹ ਫੈਸਲਾ ਕਰ ਲਿਆ ਸੀ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਆਪਣੇ ਪਤੀ ਦੇ ਘਰ ਨਹੀਂ ਜਾਵਾਂਗੀ ਅਤੇ ਨਾ ਹੀ ਕਦੇ ਆਪਣੇ ਪਿਤਾ ਦੇ ਘਰ ਜਾਵਾਂਗੀ ਤੇ ਮੈਂ ਪੁੱਤਰ ਨੂੰ ਪੜ੍ਹਾ ਲਿਖਾ ਕੇ ਚੰਗਾ ਇਨਸਾਨ ਬਣਾਵਾਂਗੀ। ਸੀਮਾ ਨੇ ਮੇਰਾ ਬਹੁਤ ਖਿਆਲ ਰੱਖਿਆ। ਉਹ ਮੇਰੇ ਪੁੱਤਰ ਨੂੰ ਆਪਣੇ ਪੁੱਤਰ ਵਾਂਗ ਪਿਆਰ ਕਰਦੀ ਸੀ। ਉਸ ਨੇ ਦੱਸਿਆ ਕਿ ਜਦੋਂ ਮੇਰਾ ਪਤੀ ਜਿੰਦਾ ਸੀ ਤਾਂ ਉਹ ਛੋਟੇ ਬੱਚਿਆਂ ਨੂੰ ਬਹੁਤ ਪਸੰਦ ਕਰਦਾ ਸੀ। ਉਹ ਅਕਸਰ ਮੈਨੂੰ ਕਹਿੰਦੇ ਹੁੰਦੇ ਸਨ ਕਿ ਪ੍ਰਮਾਤਮਾ ਸਾਨੂੰ ਵੀ ਇੱਕ ਬੱਚੇ ਦੀ ਖੁਸ਼ੀ ਦੇ ਦੇਵੇ, ਪਰ ਉਹ ਇਸ ਤੋਂ ਪਹਿਲਾਂ ਹੀ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ। ਸੀਮਾ ਬਹੁਤ ਹੀ ਸੁੰਦਰ ਅਤੇ ਜਵਾਨ ਸੀ, ਇਸ ਲਈ ਜਦੋਂ ਮੈਂ ਉਸ ਨੂੰ ਦੁਬਾਰਾ ਵਿਆਹ ਕਰਨ ਦੀ ਸਲਾਹ ਦਿੱਤੀ ਤਾਂ ਉਸਨੇ ਮੇਰੇ ਪੁੱਤਰ ਨੂੰ ਆਪਣੀ ਗੋਦ ਵਿੱਚ ਲੈ ਲਿਆ ਅਤੇ ਕਿਹਾ ਕਿ ਹੁਣ ਇਹ ਹੀ ਮੇਰਾ ਸਹਾਰਾ ਹੈ।
ਮੈਂ ਦੁਬਾਰਾ ਕਦੇ ਵਿਆਹ ਨਹੀਂ ਕਰਾਂਗੀ। ਅਸੀਂ ਮਿਲ ਕੇ ਇਸ ਬੱਚੇ ਨੂੰ ਪਾਲਾਂਗੇ। ਅਸੀਂ ਦੋਵੇਂ ਇਸ ਦੀਆਂ ਮਾਵਾਂ ਹਾਂ। ਸੀਮਾ ਦੇ ਅਹਿਸਾਨ ਦਿਨੋਂ ਦਿਨ ਵੱਧਦੇ ਜਾ ਰਹੇ ਸਨ ਅਤੇ ਫਿਰ ਹੌਲੀ-ਹੌਲੀ ਇਸ ਤਰ੍ਹਾਂ 5 ਸਾਲ ਲੰਘ ਗਏ। ਸੀਮਾ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਂਦੀ ਸੀ। ਉਸ ਨੇ ਮੇਰੇ ਬੇਟੇ ਨੂੰ ਆਪਣੇ ਸਕੂਲ ਵਿੱਚ ਹੀ ਦਾਖਲਾ ਕਰਵਾ ਦਿੱਤਾ। ਇਹ ਬਹੁਤ ਮਹਿੰਗਾ ਸਕੂਲ ਸੀ। ਮੈਂ ਕਦੇ ਇਸ ਸਕੂਲ ਦੀ ਫੀਸ ਵੀ ਨਹੀਂ ਭਰ ਸਕਦੀ ਸੀ ਜੇਕਰ ਸੀਮਾ ਨਾ ਹੁੰਦੀ। ਸੀਮਾ ਹੁਣ ਮੇਰੇ ਪੁੱਤ ਦੀ ਟੀਚਰ ਬਣ ਗਈ ਸੀ। ਇੱਕ ਦਿਨ ਜਦੋਂ ਮੈਂ ਪਰਮਾਤਮਾ ਅੱਗੇ ਅਰਦਾਸ ਕਰ ਰਹੀ ਸੀ ਤਾਂ ਸੀਮਾ ਮੇਰੇ ਕੋਲ ਆ ਕੇ ਬੈਠ ਗਈ ਅਤੇ ਪੁੱਛਿਆ ਕਿ ਤੁਸੀਂ ਆਪਣੀ ਪ੍ਰਾਰਥਨਾ ਵਿੱਚ ਰੱਬ ਤੋਂ ਕੀ ਮੰਗ ਰਹੇ ਹੋ। ਮੈਂ ਕਿਹਾ ਤੁਹਾਡੇ ਲਈ ਖੁਸ਼ੀ ਅਤੇ ਉਸਨੇ ਕਿਹਾ ਕਿ ਅੱਜ ਤੁਹਾਡੀ ਅਰਦਾਸ ਪ੍ਰਵਾਨ ਹੋ ਗਈ ਹੈ। ਮੈਂ ਮੁਸਕਰਾ ਕੇ ਸੀਮਾ ਵੱਲ ਦੇਖਿਆ ਅਤੇ ਉਸ ਨੂੰ ਪੁੱਛਿਆ ਕਿ ਤੁਹਾਡਾ ਕੀ ਮਤਲਬ ਹੈ। ਇਸ ਲਈ ਉਹ ਕਹਿਣ ਲੱਗੀ ਕਿ ਮੈਨੂੰ ਇੱਕ ਲੜਕਾ ਮਿਲ ਗਿਆ ਹੈ ਜੋ ਮੇਰੇ ਨਾਲ ਵਿਆਹ ਕਰਨਾ ਚਾਹੁੰਦਾ ਹੈ। ਉਸਨੇ ਅੱਜ ਖੁਦ ਮੈਨੂੰ ਵਿਆਹ ਲਈ ਪੁੱਛਿਆ ਹੈ ਅਤੇ ਮੈਂ ਮੰਨਦੀ ਹਾਂ ਕਿ ਇਹ ਸਭ ਤੁਹਾਡੀਆਂ ਪ੍ਰਾਰਥਨਾਵਾਂ ਦਾ ਨਤੀਜਾ ਹੈ। ਸੀਮਾ ਨੇ ਦੱਸਿਆ ਕਿ ਇਸ ਲੜਕੇ ਨੇ ਉਸ ਨੂੰ ਵਿਆਹ ਦਾ ਪ੍ਰਸਤਾਵ ਭੇਜਿਆ ਹੈ। ਉਹ ਬਹੁਤ ਅਮੀਰ ਮੁੰਡਾ ਹੈ ਅਤੇ ਅਮੀਰ ਹੋਣ ਦੇ ਨਾਲ-ਨਾਲ ਉਹ ਇੱਕ ਬਹੁਤ ਹੀ ਚੰਗਾ ਅਤੇ ਵਧੀਆ ਮੁੰਡਾ ਹੈ। ਉਸਨੇ ਦੱਸਿਆ ਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਉਸਦੀ ਪਤਨੀ ਹੁਣ ਉਸਦੇ ਨਾਲ ਨਹੀਂ ਰਹਿੰਦੀ। ਮੈਂ ਸੀਮਾ ਨੂੰ ਕਿਹਾ ਕਿ ਇਸ ਵਿੱਚ ਕੋਈ ਸਮੱਸਿਆ ਨਹੀਂ ਹੈ। ਤੁਸੀਂ ਵੀ ਪਹਿਲਾਂ ਹੀ ਵਿਆਹੇ ਹੋਏ ਹੋ। ਜੇਕਰ ਉਸ ਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਹੈ ਤਾਂ ਤੁਹਾਨੂੰ ਵੀ ਉਸ ਦੇ ਵਿਆਹੇ ਹੋਏ ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਸਮੱਸਿਆ ਉਦੋਂ ਹੁੰਦੀ ਜੇ ਉਸ ਦੀ ਪਤਨੀ ਉਸਦੇ ਨਾਲ ਰਹਿੰਦੀ ਹੁੰਦੀ। ਸੀਮਾ ਨੇ ਲੜਕੇ ਨੂੰ ਮਿਲ ਕੇ ਵਿਆਹ ਦੀ ਤਰੀਕ ਤੈਅ ਕਰ ਦਿੱਤੀ ਸੀ ਅਤੇ ਵਿਆਹ ਅਗਲੇ ਹਫ਼ਤੇ ਹੋਣਾ ਸੀ। ਮੈਂ ਸੀਮਾ ਦੇ ਵਿਆਹ ਤੋਂ ਬਹੁਤ ਖੁਸ਼ ਸੀ। ਸੀਮਾ ਦੇ ਅਹਿਸਾਨਾਂ ਨੇ ਮੈਨੂੰ ਖਰੀਦ ਲਿਆ ਸੀ ਕਿਉਂਕਿ ਉਸਨੇ ਵਿਆਹ ਤੋਂ ਇੱਕ ਦਿਨ ਪਹਿਲਾਂ ਆਪਣਾ ਘਰ ਮੇਰੇ ਬੇਟੇ ਦੇ ਨਾਮ ਕਰਵਾ ਦਿੱਤਾ ਸੀ। ਅਗਲੇ ਦਿਨ ਵਿਆਹ ਸੀ। ਜਦੋਂ ਉਹ ਤਿਆਰ ਹੋ ਕੇ ਦੁਲਹਨ ਬਣ ਗਈ ਤਾਂ ਉਸ ਸਮੇਂ ਉਹ ਬਹੁਤ ਸੋਹਣੀ ਲੱਗ ਰਹੀ ਸੀ। ਮੈਂ ਸੀਮਾ ਨੂੰ ਲਿਜਾ ਕੇ ਸਟੇਜ ਤੇ ਪਏ ਸੋਫੇ ਤੇ ਬਿਠਾਇਆ ਜਿੱਥੇ ਸੀਮਾ ਆਪਣੇ ਲਾੜੇ ਦੀ ਉਡੀਕ ਕਰ ਰਹੀ ਸੀ। ਸੀਮਾ ਨੇ ਮੇਰੇ ਬੇਟੇ ਨੂੰ ਵੀ ਆਪਣੇ ਕੋਲ ਬਿਠਾਇਆ ਸੀ। ਮੈਂ ਮਹਿਮਾਨਾਂ ਨੂੰ ਸੰਭਾਲਣ ਲਈ ਸਟੇਜ ਤੋਂ ਹੇਠਾਂ ਚਲੀ ਗਈ। ਥੋੜੀ ਦੇਰ ਵਿੱਚ ਹੀ ਸੀਮਾ ਦਾ ਲਾੜਾ ਵੀ ਆ ਗਿਆ। ਪੰਡਤ ਜੀ ਵੀ ਆ ਗਏ ਸਨ। ਵਿਆਹ ਦਾ ਸ਼ੁਭ ਸਮਾਂ ਆ ਗਿਆ। ਜਿਵੇਂ ਹੀ ਮੈਂ ਲਾੜਾ ਲਾੜੀ ਨੂੰ ਲੈਣ ਲਈ ਸਟੇਜ ਤੇ ਪਹੁੰਚੀ ਤਾਂ ਸੀਮਾ ਦੇ ਲਾੜੇ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ ਕਿਉਂਕਿ ਉਹ ਮੇਰਾ ਪਤੀ ਸਮੀਰ ਸੀ। ਮੈਨੂੰ ਦੇਖ ਕੇ ਸਮੀਰ ਵੀ ਆਪਣੇ ਸੋਫੇ ਤੋਂ ਉੱਠ ਕੇ ਮੇਰੇ ਵੱਲ ਦੇਖਣ ਲੱਗਾ। ਸਾਨੂੰ ਦੋਵਾਂ ਨੂੰ ਇੰਨਾ ਹੈਰਾਨ ਦੇਖ ਕੇ ਸੀਮਾ ਨੇ ਸਮੀਰ ਨੂੰ ਪੁੱਛਿਆ ਕਿ ਤੁਸੀਂ ਇੱਕ ਦੂਜੇ ਨੂੰ ਜਾਣਦੇ ਹੋ। ਤਾਂ ਮੈਂ ਤੁਰੰਤ ਜਵਾਬ ਦਿੱਤਾ ਅਤੇ ਕਿਹਾ ਕਿ ਨਹੀਂ ਅਸੀਂ ਇੱਕ ਦੂਜੇ ਨੂੰ ਨਹੀਂ ਜਾਣਦੇ। ਅਤੇ ਉਸ ਸਮੇਂ ਮੈਂ ਪੰਡਤ ਜੀ ਨੂੰ ਕਿਹਾ ਕਿ ਜਲਦੀ ਵਿਆਹ ਲਈ ਮੰਤਰ ਦਾ ਜਾਪ ਕਰੋ ਅਤੇ ਇਹ ਵਿਆਹ ਕਰਵਾ ਦਿਓ। ਮੈਨੂੰ ਸੀਮਾ ਨਾਲ ਝੂਠ ਬੋਲਣਾ ਪਿਆ ਕਿਉਂਕਿ ਸੀਮਾ ਦੇ ਮੇਰੇ ਤੇ ਬਹੁਤ ਸਾਰੇ ਅਹਿਸਾਨ ਸਨ। ਸਮੀਰ ਵੀ ਇੱਕ ਵਾਰ ਫਿਰ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਿਹਾ ਸੀ। ਇਸ ਲਈ ਮੈਂ ਉਹਨਾਂ ਵਿਚਕਾਰ ਨਹੀਂ ਆਉਣਾ ਚਾਹੁੰਦੀ ਸੀ। ਦੋਹਾਂ ਦਾ ਵਿਆਹ ਹੋਣ ਲੱਗਾ ਅਤੇ ਮੈਂ ਉੱਥੋਂ ਦੂਰ ਚਲੀ ਗਈ। ਵਿਆਹ ਤੋਂ ਬਾਅਦ ਸੀਮਾ ਵਿਦਾ ਹੋ ਕੇ ਆਪਣੇ ਸਹੁਰੇ ਘਰ ਚਲੀ ਗਈ ਅਤੇ ਮੈਂ ਸੀਮਾ ਦੇ ਘਰ ਆ ਕੇ ਇਕੱਲੀ ਆਪਣੀ ਤਕਦੀਰ ਨੂੰ ਫੁੱਟ-ਫੁੱਟ ਕੇ ਰੋਣ ਲੱਗੀ। ਵਿਆਹ ਤੋਂ ਹਫ਼ਤੇ ਬਾਅਦ ਸੀਮਾ ਮੈਨੂੰ ਮਿਲਣ ਆਈ। ਮੈਂ ਰਸੋਈ ਵਿੱਚ ਉਹਨਾਂ ਲਈ ਖਾਣਾ ਬਣਾ ਰਹੀ ਸੀ ਅਤੇ ਸੀਮਾ ਆਪਣੇ ਕਮਰੇ ਵਿੱਚ ਚਲੀ ਗਈ। ਫਿਰ ਸਮੀਰ ਰਸੋਈ ਵਿੱਚ ਮੇਰੇ ਕੋਲ ਆਇਆ ਅਤੇ ਮੈਨੂੰ ਦੱਸਿਆ ਕਿ ਉਸ ਨੇ ਮੈਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਸੀ ਪਰ ਉਹ ਮੈਨੂੰ ਨਹੀਂ ਮਿਲੀ। ਉਸ ਨੇ ਦੱਸਿਆ ਕਿ ਜਦੋਂ ਮੈਂ ਇਲਾਜ ਲਈ ਲੰਡਨ ਗਿਆ ਤਾਂ ਉੱਥੇ ਹੀ ਮੈਨੂੰ ਪਤਾ ਲੱਗਾ ਕਿ ਮੇਰੀ ਰਿਪੋਰਟ ਕਿਸੇ ਹੋਰ ਨਾਲ ਬਦਲ ਗਈ ਸੀ ਅਤੇ ਮੈਨੂੰ ਇਹ ਬਿਮਾਰੀ ਨਹੀਂ ਸੀ। ਉਸ ਰਾਤ ਮੈਂ ਸਵੇਰੇ ਨਹੀਂ ਉੱਠਿਆ ਕਿਉਂਕਿ ਮੈਨੂੰ ਰਾਤ ਨੂੰ ਨੀਂਦ ਨਹੀਂ ਆਈ ਸੀ ਅਤੇ ਮੈਂ ਨੀਂਦ ਦੀ ਦਵਾਈ ਲੈ ਕੇ ਸੌਂ ਗਿਆ ਸੀ ਅਤੇ ਇਸ ਕਰਕੇ ਮੈਂ ਬਹੁਤ ਦੇਰ ਤੱਕ ਸੌਂਦਾ ਰਿਹਾ। ਇਹ ਖਬਰ ਸੁਣ ਕੇ ਮੈਂ ਬਹੁਤ ਖੁਸ਼ ਹੋਈ। ਮੈਂ ਉਸ ਨੂੰ ਕਿਹਾ ਸ਼ਾਇਦ ਸਾਡਾ ਦੋਵਾਂ ਦਾ ਸਾਥ ਬਸ ਥੋੜੇ ਸਮੇਂ ਲਈ ਹੀ ਸੀ। ਇਸੇ ਲਈ ਅਸੀਂ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ। ਇੱਕੋ ਸ਼ਹਿਰ ਵਿੱਚ ਰਹਿਣ ਦੇ ਬਾਵਜੂਦ ਤੁਸੀਂ ਮੈਨੂੰ ਨਹੀਂ ਲੱਭ ਸਕੇ ਜਦੋਂ ਕਿ ਤੁਸੀਂ ਸੀਮਾ ਨੂੰ ਇਸੇ ਘਰ ਵਿੱਚ ਹੀ ਲੱਭ ਲਿਆ। ਹੁਣ ਤੁਸੀਂ ਅਤੇ ਸੀਮਾ ਹਮੇਸ਼ਾ ਖੁਸ਼ ਰਹੋ। ਮੈਂ ਤੁਹਾਡੇ ਲਈ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਾਂਗੀ। ਸਮੀਰ ਨੇ ਮੈਨੂੰ ਕਿਹਾ ਕਿ ਉਹ ਮੇਰੇ ਬਿਨਾਂ ਨਹੀਂ ਰਹਿ ਸਕਦਾ, ਇਸ ਲਈ ਉਹ ਸੀਮਾ ਨਾਲ ਗੱਲ ਕਰੇਗਾ ਕਿ ਅਸੀਂ ਸਾਰੇ ਇਕੱਠੇ ਰਹਾਂਗੇ। ਪਰ ਮੈਂ ਸਮੀਰ ਨੂੰ ਨਾ ਕਰ ਦਿੱਤੀ ਕਿਉਂਕਿ ਸੀਮਾ ਦੇ ਮੇਰੇ ਉੱਤੇ ਬਹੁਤ ਅਹਿਸਾਨ ਸਨ। ਇਸ ਲਈ ਮੈਂ ਉਸ ਨੂੰ ਦੁਖੀ ਨਹੀਂ ਕਰਨਾ ਚਾਹੁੰਦੀ ਸੀ। ਜਦੋਂ ਸਮੀਰ ਨੇ ਮੇਰੇ ਪੁੱਤਰ ਬਾਰੇ ਪੁੱਛਿਆ ਤਾਂ ਮੈਂ ਉਸ ਨੂੰ ਦੱਸਿਆ ਕਿ ਇਹ ਉਸ ਦਾ ਪੁੱਤਰ ਹੈ। ਉਹ ਬਹੁਤ ਖੁਸ਼ ਸੀ ਅਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਮੈਂ ਸਮੀਰ ਨੂੰ ਦੱਸਿਆ ਕਿ ਸੀਮਾ ਨੇ ਰਿਆਨ
ਰਿਆਨ ਨੂੰ ਮਾਂ ਵਾਂਗ ਪਾਲਿਆ ਹੈ, ਇਸ ਲਈ ਉਸਨੇ ਆਪਣਾ ਘਰ ਵੀ ਰਿਆਨ ਦੇ ਨਾਂ ਲਿਖਵਾ ਦਿੱਤਾ ਹੈ। ਹੁਣ ਜੇ ਤੁਸੀਂ ਚਾਹੋ ਤੁਸੀਂ ਇੱਥੇ ਆ ਸਕਦੇ ਹੋ, ਤੁਸੀਂ ਰਿਆਨ ਨੂੰ ਆਪਣੇ ਘਰ ਬੁਲਾ ਸਕਦੇ ਹੋ। ਸੀਮਾ ਨੂੰ ਇਸ ਤੇ ਕੋਈ ਇਤਰਾਜ਼ ਨਹੀਂ ਹੋਵੇਗਾ, ਕਿਉਂਕਿ ਰਿਆਨ ਸੀਮਾ ਨੂੰ ਆਪਣੀ ਮਾਂ ਵਾਂਗ ਹੀ ਪਿਆਰ ਕਰਦਾ ਹੈ। ਪਰ ਤੁਸੀਂ ਸੀਮਾ ਨੂੰ ਕਦੇ ਇਹ ਨਹੀਂ ਦੱਸਣਾ ਕਿ ਰਿਆਨ ਤੁਹਾਡਾ ਅਤੇ ਮੇਰਾ ਬੇਟਾ ਹੈ। ਮੈਂ ਸਮੀਰ ਨੂੰ ਕਿਹਾ ਕਿ ਸੀਮਾ ਦਾ ਬਹੁਤ ਖਿਆਲ ਰੱਖਿਓ, ਉਸਨੇ ਆਪਣੀ ਸਾਰੀ ਜ਼ਿੰਦਗੀ ਇਕੱਲੇ ਹੀ ਬਿਤਾਈ ਹੈ। ਇਸ ਤੋਂ ਪਹਿਲਾਂ ਵੀ ਉਹ ਆਪਣੇ ਪਤੀ ਨੂੰ ਗਵਾ ਚੁੱਕੀ ਹੈ। ਜੇ ਉਹ ਇਸ ਵਾਰ ਤੁਹਾਨੂੰ ਗਵਾ ਦਿੰਦੀ ਹੈ ਤਾਂ ਉਹ ਬਚ ਨਹੀਂ ਸਕੇਗੀ, ਕਿਉਂਕਿ ਮੈਂ ਸੀਮਾ ਦੇ ਅੰਦਰ ਬਹੁਤ ਦੁੱਖ ਦੇਖੇ ਸਨ। ਉਹ ਹੁਣ ਕੋਈ ਦੁੱਖ ਸਹਿਣ ਨਹੀਂ ਕਰ ਸਕਦੀ ਸੀ ਅਤੇ ਮੈਂ ਨਹੀਂ ਚਾਹੁੰਦੀ ਕਿ ਸੀਮਾ ਮੇਰੀ ਤਰਫੋਂ ਦੁਖੀ ਹੋਵੇ, ਕਿਉਂਕਿ ਇਹ ਸਿਰਫ ਸੀਮਾ ਹੀ ਸੀ ਜਿਸ ਨੇ ਇਹਨਾਂ 5 ਸਾਲਾਂ ਵਿੱਚ ਮੇਰਾ ਸਾਥ ਦਿੱਤਾ ਹੈ। ਉਸ ਦੀ ਬਦੌਲਤ ਹੀ ਅੱਜ ਮੈਂ ਤੇ ਮੇਰਾ ਬੱਚਾ ਜਿੰਦਾ ਹਾਂ। ਜੇਕਰ ਸੀਮਾ ਨੇ ਸਾਡਾ ਸਾਥ ਨਾ ਦਿੱਤਾ ਹੁੰਦਾ, ਅਸੀਂ ਦੋਵੇਂ ਇਸ ਦੁਨੀਆ ਤੋਂ ਬਹੁਤ ਪਹਿਲਾਂ ਚਲੇ ਜਾਂਦੇ। ਸਮੀਰ ਨੇ ਮੇਰਾ ਹੱਥ ਫੜਿਆ ਅਤੇ ਕਿਹਾ, ਨਹੀਂ ਸ਼ਿਵਾਨੀ, ਮੈਂ ਹੁਣ ਤੁਹਾਡੇ ਤੋਂ ਦੂਰ ਨਹੀਂ ਰਹਿ ਸਕਦਾ। ਮੈਂ ਤੈਨੂੰ ਬਹੁਤ ਲੱਭਿਆ ਪਰ ਮੈਂ ਤੈਨੂੰ ਨਹੀਂ ਲੱਭ ਸਕਿਆ। ਮੈਂ ਆਪਣੀ ਮਾਂ ਦੇ ਜ਼ਬਰਦਸਤੀ ਕਰਕੇ ਵਿਆਹ ਕਰਨ ਲਈ ਰਾਜੀ ਹੋ ਗਿਆ ਅਤੇ ਫਿਰ ਮੈਂ ਸੋਚਿਆ ਸੀ ਕਿ ਸੀਮਾ ਇੱਕ ਚੰਗੀ ਕੁੜੀ ਹੈ, ਇਸ ਲਈ ਮੈਂ ਵਿਆਹ ਲਈ ਰਾਜੀ ਹੋ ਗਿਆ। ਪਰ ਹੁਣ ਤੁਸੀਂ ਮੈਨੂੰ ਮਿਲ ਗਏ ਹੋ, ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦਾ। ਮੈਂ ਤੁਹਾਡੇ ਲਈ ਬਹੁਤ ਤਰਸਦਾ ਹਾਂ। ਹੁਣ ਅਸੀਂ ਇਕੱਠੇ ਰਹਾਂਗੇ, ਮੈਂ, ਤੁਸੀਂ, ਸੀਮਾ ਅਤੇ ਰਿਆਨ, ਇੱਕ ਖੁਸ਼ਹਾਲ ਪਰਿਵਾਰ ਦੀ ਤਰ੍ਹਾਂ। ਮੈਂ ਸਮੀਰ ਤੋਂ ਹੱਥ ਛੁਡਵਾ ਲਏ। ਮੈਨੂੰ ਪਤਾ ਸੀ ਕਿ ਸੀਮਾ ਕਦੇ ਵੀ ਇਹ ਸਹਿਣ ਨਹੀਂ ਕਰ ਸਕੇਗੀ। ਉਹ ਆਪਣੀ ਸੌਤਨ ਨੂੰ ਆਪਣੀਆਂ ਅੱਖਾਂ ਸਾਹਮਣੇ ਨਹੀਂ ਦੇਖ ਸਕਦੀ ਅਤੇ ਮੈਂ ਸੀਮਾ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਦੇਖ ਸਕਦੀ ਸੀ। ਮੈਂ ਸਮੀਰ ਨੂੰ ਵਾਪਸ ਭੇਜ ਦਿੱਤਾ। ਮੈਂ ਕਿਹਾ ਕਿ ਮੈਂ ਸੋਚ ਕੇ ਜਵਾਬ ਦਿਆਂ। ਸੀਮਾ ਅਤੇ ਸਮੀਰ ਚਲੇ ਗਏ ਸਨ ਅਤੇ ਰਾਤ ਨੂੰ ਰਿਆਨ ਨੂੰ ਉਹਨਾਂ ਨਾਲ ਭੇਜ ਦਿੱਤਾ ਸੀ, ਕਿਉਂਕਿ ਮੈਂ ਇੱਕ ਬਹੁਤ ਵੱਡਾ ਫੈਸਲਾ ਲਿਆ ਸੀ ਜਿਸ ਵਿੱਚ ਅਸੀਂ ਸਾਰੇ ਖੁਸ਼ ਰਹਿ ਸਕਦੇ ਸੀ। ਮੈਂ, ਰਿਆਨ, ਸੀਮਾ ਅਤੇ ਸਮੀਰ। ਜੇ ਮੈਂ ਇਹ ਕਦਮ ਨਾ ਚੁੱਕਿਆ ਤਾਂ ਇਸ ਨਾਲ ਸਭ ਕੁਝ ਬਰਬਾਦ ਹੋ ਜਾਂਦਾ ਅਤੇ ਮੈਂ ਨਹੀਂ ਚਾਹੁੰਦੀ ਸੀ ਕਿ ਅਜਿਹਾ ਹੋਵੇ। ਉਸੇ ਰਾਤ ਮੈਂ ਇੱਕ ਛੋਟਾ ਜਿਹਾ ਖੱਤ ਲਿਖ ਕੇ ਮੇਜ਼ ਉੱਤੇ ਰੱਖ ਦਿੱਤਾ ਅਤੇ ਫਿਰ ਮੈਂ ਸੌਂ ਗਈ। ਬਹੁਤ ਹੀ ਸਕੂਨ ਦੀ ਨੀਂਦ, ਅਜੇ ਗੂੜੀ ਅਤੇ ਸਕੂਨ ਦੀ ਨੀਂਦ ਜ਼ਿੰਦਗੀ ਵਿੱਚ ਇੱਕ ਵਾਰ ਹੀ ਆਉਂਦੀ ਹੈ। ਸਵੇਰੇ ਸ਼ਿਵਾਨੀ ਦੀ ਨੌਕਰਾਣੀ ਨੇ ਸਮੀਰ ਅਤੇ ਸੀਮਾ ਨੂੰ ਬੁਲਾਇਆ। ਜਦੋਂ ਦੋਵੇਂ ਘਰ ਆ ਕੇ ਸ਼ਿਵਾਨੀ ਦੇ ਕਮਰੇ ਵਿੱਚ ਗਏ ਤਾਂ ਸ਼ਿਵਾਨੀ ਦੀ ਠੰਡੀ ਲਾਸ਼ ਉੱਥੇ ਪਈ ਸੀ। ਹੁਣ ਉਸ ਵਿੱਚ ਕੋਈ ਹਲਚਲ ਨਹੀਂ ਸੀ। ਸਮੀਰ ਨੇ ਰੌਲਾ ਪਾ ਕੇ ਸ਼ਿਵਾਨੀ ਨੂੰ ਜੱਫੀ ਪਾ ਲਈ ਤੇ ਇਹ ਸਭ ਸੀਮਾ ਫਟੀਆਂ ਅੱਖਾਂ ਨਾਲ ਦੇਖ ਰਹੀ ਸੀ। ਇਹ ਸਭ ਕੀ ਹੋ ਰਿਹਾ ਹੈ? ਉਸਨੇ ਸਾਈਡ ਟੇਬਲ ਤੇ ਰੱਖੀ ਚਿੱਠੀ ਨੂੰ ਦੇਖਿਆ ਅਤੇ ਪੜ੍ਹਨਾ ਸ਼ੁਰੂ ਕਰ ਦਿੱਤਾ, ਜਿਸ ਵਿੱਚ ਲਿਖਿਆ ਸੀ, ਸੀਮਾ, ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ। ਮੈਂ ਤੁਹਾਨੂੰ ਆਪਣੀ ਸੌਤਨ ਦਾ ਦਰਦ ਨਹੀਂ ਦੇ ਸਕਦੀ। ਤੁਸੀਂ ਮੇਰੇ ਲਈ ਬਹੁਤ ਕੁਰਬਾਨੀਆਂ ਕੀਤੀਆਂ ਹਨ, ਮੇਰਾ ਬਹੁਤ ਸਾਥ ਦਿੱਤਾ ਹੈ ਅਤੇ ਹੁਣ ਮੈਂ ਤੁਹਾਡੀਆਂ ਅੱਖਾਂ ਵਿੱਚ ਹੰਝੂ ਨਹੀਂ ਦੇਖ ਸਕਦੀ। ਇਸ ਲਈ ਮੈਂ ਤੁਹਾਨੂੰ ਤੁਹਾਡਾ ਸਮੀਰ ਦੇ ਕੇ ਜਾ ਰਹੀ ਹਾਂ। ਹੁਣ ਤੱਕ ਤੁਸੀਂ ਸਮਝ ਗਏ ਹੋਵੋਗੇ ਕਿ ਸਮੀਰ ਹੀ ਮੇਰਾ ਪਤੀ ਹੈ। ਤੇਰੇ ਵਿਆਹ ਤੋਂ ਪਹਿਲਾਂ ਹੀ ਵੀ ਮੈਨੂੰ ਪਤਾ ਸੀ ਕਿ ਤੇਰਾ ਹੋਣ ਵਾਲਾ ਪਤੀ ਮੇਰਾ ਪਤੀ ਹੈ, ਪਰ ਮੈਂ ਤੇਰੀ ਖੁਸ਼ੀ ਲਈ ਆਪਣੀ ਖੁਸ਼ੀ ਦੀ ਬਲੀ ਦੇ ਦਿੱਤੀ ਤੇ ਤੈਨੂੰ ਸਮੀਰ ਨਾਲ ਵਿਆਹ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ। ਬੀਤੀ ਰਾਤ ਸਮੀਰ ਨੇ ਮੈਨੂੰ ਕਿਹਾ ਸੀ ਕਿ ਉਹ ਸੀਮਾ ਨਾਲ ਗੱਲ ਕਰੇਗਾ ਅਤੇ ਮੈਨੂੰ ਅਤੇ ਰਿਆਨ ਨੂੰ ਆਪਣੇ ਕੋਲ ਰੱਖੇਗਾ। ਪਰ ਸੀਮਾ, ਮੈਂ ਜਾਣਦੀ ਹਾਂ ਕਿ ਤੂੰ ਆਪਣੀ ਸੌਤਨ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਅਤੇ ਮੈਂ ਤੁਹਾਡੀ ਜ਼ਿੰਦਗੀ ਦੁਬਾਰਾ ਬਰਬਾਦ ਨਹੀਂ ਕਰਨਾ ਚਾਹੁੰਦੀ ਸੀ। ਹੁਣ ਸਮੀਰ ਸਿਰਫ ਤੇਰਾ ਹੈ। ਮੇਰੀ ਤੁਹਾਡੇ ਅੱਗੇ ਹੱਥ ਜੋੜ ਕੇ ਇੱਕ ਬੇਨਤੀ ਹੈ ਕਿ ਹਮੇਸ਼ਾ ਰਿਆਨ ਦਾ ਖਿਆਲ ਰੱਖਣਾ, ਉਸ ਦੀ ਮਾਂ ਬਣ ਕੇ ਉਸ ਦਾ ਪਾਲਣ ਪੋਸ਼ਣ ਕਰਨਾ। ਮੈਂ ਮਤਰੇਈ ਮਾਂ ਦਾ ਦਰਦ ਦੇਖਿਆ ਹੈ। ਮੇਰੇ ਪੁੱਤਰ ਨੂੰ ਕਦੇ ਵੀ ਮਤਰੇਈ ਮਾਂ ਵਰਗਾ ਮਹਿਸੂਸ ਨਾ ਹੋਣ ਦੇਣਾ। ਹਾਲਾਂਕਿ ਮੈਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਮੇਰੇ ਰਿਆਨ ਨੂੰ ਅਸਲ ਮਾਂ ਤੋਂ ਵੱਧ ਪਿਆਰ ਕਰੋਗੇ, ਪਰ ਫਿਰ ਵੀ ਮੈਂ ਜਾਣ ਵੇਲੇ ਇਹ ਬੇਨਤੀ ਕਰਨਾ ਚਾਹੁੰਦੀ ਸੀ। ਅੰਤ ਵਿੱਚ ਮੈਂ ਇੰਨਾ ਕਹਿਣਾ ਚਾਹਾਂਗੀ ਕਿ ਕਿਰਪਾ ਕਰਕੇ ਮੈਨੂੰ ਆਪਣੀ ਛੋਟੀ ਭੈਣ ਸਮਝ ਕੇ ਮਾਫ ਕਰ ਦਿਓ। ਸਮੀਰ ਅਜੇ ਵੀ ਸ਼ਿਵਾਨੀ ਨੂੰ ਚਿੰਬੜ ਕੇ ਰੋ ਰਿਹਾ ਸੀ। ਸੀਮਾ ਦੀਆਂ ਅੱਖਾਂ ਵਿੱਚੋਂ ਵੀ ਹੰਝੂ ਵਹਿ ਰਹੇ ਸਨ। ਹੁਣ ਉਹ ਸ਼ਿਵਾਨੀ ਅਤੇ ਸਮੀਰ ਦੇ ਪਿਆਰ ਨੂੰ ਸਮਝ ਚੁੱਕੀ ਸੀ ਅਤੇ ਸਮੀਰ ਦੀ ਹਾਲਤ ਦੱਸ ਰਹੀ ਸੀ ਕਿ ਉਹ ਸ਼ਿਵਾਨੀ ਨੂੰ ਕਿੰਨਾ ਪਿਆਰ ਕਰਦਾ ਹੈ। ਸ਼ਿਵਾਨੀ ਨੇ ਸੀਮਾ ਲਈ ਬਹੁਤ ਵੱਡੀ ਕੁਰਬਾਨੀ ਦਿੱਤੀ ਸੀ। ਸੀਮਾ ਨੇ ਅੱਖਾਂ 'ਚੋਂ ਹੰਝੂ ਪੂੰਝਦੇ ਹੋਏ ਸਮੀਰ ਨੂੰ ਮੋਢਿਆਂ ਤੋਂ ਫੜ ਕੇ ਕਿਹਾ, ਸਮੀਰ, ਸ਼ਿਵਾਨੀ ਬਹੁਤ ਮਹਾਨ ਹੈ। ਉਸ ਜਿੰਨੀ ਮਹਾਨਤਾ ਮੇਰੇ ਅੰਦਰ ਬਿਲਕੁਲ ਵੀ ਨਹੀਂ ਹੈ। ਸ਼ਿਵਾਨੀ ਤੇ ਤੁਹਾਡੇ
ਤੁਹਾਡੇ ਪਿਆਰ ਵਿੱਚ ਆਉਣ ਲਈ ਮੈਨੂੰ ਮਾਫ ਕਰ ਦਿਓ। ਸਮੀਰ ਨੇ ਸੀਮਾ ਦਾ ਹੱਥ ਫੜਿਆ ਅਤੇ ਕਿਹਾ, ਨਹੀਂ ਸੀਮਾ, ਇਹ ਤੇਰੀ ਗਲਤੀ ਨਹੀਂ ਹੈ, ਇਹ ਸਭ ਕਿਸਮਤ ਦਾ ਕਸੂਰ ਹੈ। ਕੁਝ ਦਿਨ ਵਿੱਚ ਹੀ ਸਭ ਕੁਝ ਆਮ ਵਾਂਗ ਹੋ ਗਿਆ। ਇਹ ਦੁਨੀਆ ਜਾਣ ਵਾਲੇ ਦੇ ਪਿੱਛੇ ਨਹੀਂ ਰੁਕਦੀ। ਸਭ ਕੁਝ ਆਪਣੀ ਰੂਟੀਨ ਵਿੱਚ ਵਾਪਸ ਆ ਗਿਆ ਸੀ। ਹੁਣ ਸ਼ਿਵਾਨੀ ਅਤੇ ਸਮੀਰ ਦਾ ਬੇਟਾ ਸੀਮਾ ਅਤੇ ਸਮੀਰ ਦਾ ਬੇਟਾ ਬਣ ਗਿਆ ਸੀ। ਸੀਮਾ ਨੇ ਰਿਆਨ ਦਾ ਬਹੁਤ ਖਿਆਲ ਰੱਖਿਆ। ਉਹ ਉਸ ਨੂੰ ਬਹੁਤ ਪਿਆਰ ਕਰਦੀ ਹੈ। ਸਮੀਰ ਵੀ ਆਪਣੇ ਬੇਟੇ ਰਿਆਨ ਨੂੰ ਲੈ ਕੇ ਬਹੁਤ ਖੁਸ਼ ਹੈ। ਸਮੀਰ ਦੀ ਮਾਂ ਦਿਨ ਰਾਤ ਰੋਂਦੀ ਰਹਿੰਦੀ ਹੈ ਕਿ ਉਸ ਨੇ ਇੰਨੀ ਚੰਗੀ ਨੂੰਹ ਨੂੰ ਗਵਾ ਦਿੱਤਾ, ਪਰ ਜੋ ਹੋਇਆ ਸੀ ਉਹ ਹੁਣ ਬਦਲ ਨਹੀਂ ਸਕਦਾ ਸੀ। ਸਮੀਰ ਦੀ ਮਾਂ ਨੇ ਰਿਆਨ ਨੂੰ ਜੱਫੀ ਪਾ ਕੇ ਤਸੱਲੀ ਮਹਿਸੂਸ ਕੀਤੀ। ਉਹ ਰਿਆਨ 'ਚ ਸ਼ਿਵਾਨੀ ਦੀ ਝਲਕ ਦੇਖ ਸਕਦੀ ਸੀ। ਸੋ ਦੋਸਤੋ, ਅੱਜ ਦੀ ਸਾਡੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ? ਜੇਕਰ ਵਧੀਆ ਲੱਗੀ ਤਾਂ ਜ਼ਰੂਰ ਦੱਸਣਾ। ਰੋਜ਼ ਨਵੀਂ ਕਹਾਣੀ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਸਭ ਦਾ ਬਹੁਤ ਬਹੁਤ ਧੰਨਵਾਦ।